ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਰਾਤੀ ਨੀਂਦ ਨਹੀਂ ਆਈ, ਸੋਚਦੇ ਰਹੇ ਭਲਾ ਕੀ। ਸਾਰੇ ਸੋਚਦੇ ਆ ਤੇ ਮੈਂ ਵੀ ਸੋਚ ਸਕਦਾ ਭਲਾ ਕੀ। ਜਦੋਂ ਪੜ੍ਹਦੇ ਹੁੰਦੇ ਸੀ ਤੇ ਇੱਕ ਐਸੇ ਲਿਖਦੇ ਹੁੰਦੇ ਸੀ, ਜੇ ਮੈਂ ਭਾਰਤ ਦਾ ਪ੍ਰਧਾਨ ਮੰਤਰੀ ਹੁੰਦਾ ਤਾਂ ਮੈਂ ਭਾਰਤ ਦੇ ਵਾਸਤੇ ਕੀ ਕੁਝ ਕਰਦਾ। ਤਾਂ ਮੇਰਾ ਖਿਆਲ ਹੈ ਦੁਨੀਆ ਦੇ ਹਰ ਮੁਲਕ ਦੇ ਵਿੱਚ ਬੱਚਿਆਂ ਨੂੰ ਸਕੂਲ ਦੇ ਵਿੱਚ ਇਹ ਐਸੇ ਰਾਈਟਿੰਗ ਦਿੱਤੀ ਜਾਂਦੀ ਹੋਏਗੀ, ਮੈਂ ਪ੍ਰਾਈਮ ਮਿਨਿਸਟਰ ਹੁੰਦਾ, ਮੈਂ ਪ੍ਰੈਜ਼ੀਡੈਂਟ ਹੁੰਦਾ, ਮੈਂ ਪ੍ਰੈਜ਼ੀਡੈਂਟ ਆਫ ਅਮਰੀਕਾ ਹੁੰਦਾ ਤੇ ਮੈਂ ਕੀ ਕੁਝ ਕਰਦਾ। ਤੇ ਉਦੋਂ ਅਸੀਂ ਬਹੁਤ ਸੋਹਣੀਆਂ ਗੱਲਾਂ ਲਿਖਣੀਆਂ, ਬਹੁਤ ਵਧੀਆ ਗੱਲਾਂ ਲਿਖਣੀਆਂ, ਮਤਲਬ ਕਮਾਲ ਕਰ ਦੇਣੀ। ਬੱਚਿਆਂ ਦਾ ਆਪਸ ਦੇ ਵਿੱਚ ਕੰਪੀਟੀਸ਼ਨ ਹੋ ਜਾਣਾ ਕਿ ਮੈਂ ਤੇਰੇ ਤੋਂ ਵੱਧ ਕੇ ਵਧੀਆ ਗੱਲਾਂ ਲਿਖਾਂਗਾ ਤੇ ਮੈਂ ਤੇਰੇ ਤੋਂ ਵੱਧ ਕੇ ਵਧੀਆ ਗੱਲਾਂ ਲਿਖਾਂਗਾ। ਹਾਲਾਂਕਿ ਬਚਕਾਨਾ ਗੱਲਾਂ ਹੁੰਦੀਆਂ ਸੀ, ਪਰ ਇੱਕ ਸੁਪਨਿਆਂ ਦਾ ਦੇਸ਼ ਅਸੀਂ ਬਣਾ ਦਿੰਦੇ ਸੀ, ਬੜਾ ਖੂਬਸੂਰਤ, ਜਿਹਦੇ ਵਿੱਚ ਸਾਰੇ ਸੁਖੀ, ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ, ਕਿਤੇ ਕੋਈ ਗਰੀਬੀ, ਕੋਈ ਭੁੱਖਮਰੀ ਨਹੀਂ। ਮਤਲਬ ਧਰਤੀ ਦੇ ਉੱਤੇ ਸਵਰਗ ਬਣਾ ਕੇ ਰੱਖ ਦਿੰਦੇ ਸੀ। ਇੰਨਾ ਸੋਹਣਾ ਅਸੀਂ ਐਸੇ ਲਿਖਣਾ, ਸਾਰਿਆਂ ਦੀ ਕੋਸ਼ਿਸ਼ ਇਹ ਹੋਣੀ। ਤੇ ਜਦੋਂ ਵੱਡੇ ਹੋ ਗਏ ਆ ਤੇ ਸੱਚਾਈ ਦੇਖੋ ਕੀ ਹੈ ਸਾਡੇ ਸਾਹਮਣੇ। ਤੇ ਇਹ ਧਰਤੀ ਦੇ ਉੱਤੇ ਸਵਰਗ ਬਣਾਉਣਾ ਕਿੰਨਾ ਕੁ ਸੌਖਾ ਹੈ ਤੇ ਕਿੰਨਾ ਕੁ ਔਖਾ ਹੈ, ਇਹ ਵੀ ਸਾਨੂੰ ਸਾਰਿਆਂ ਨੂੰ ਪਤਾ ਲੱਗ ਚੁੱਕਾ ਹੈ। ਇੰਡੀਆ ਇੰਟਰਨੈਸ਼ਨਲ, ਕੁਝ ਉਹ ਮੁੱਦੇ ਜੋ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਦੇ ਪਏ ਨੇ। ਹਰ ਪਾਸੇ ਕੋਈ ਨਾ ਕੋਈ ਵਿਪਤਾ, ਕੋਈ ਨਾ ਕੋਈ ਝਗੜਾ, ਕੋਈ ਨਾ ਕੋਈ ਲੜਾਈ, ਕੋਈ ਨਾ ਕੋਈ ਆਫਤ, ਮਤਲਬ ਜਾਨ ਘੜੀਕੀ 'ਚ ਹੈ। ਔਰ ਇੰਨਾ ਸਾਰੀਆਂ ਘਟਨਾਵਾਂ ਦਾ ਸਾਡੀ ਜ਼ਿੰਦਗੀ ਦੇ ਉੱਤੇ ਜੋ ਅਸਰ ਪੈਂਦਾ ਹੈ, ਉਸ ਨੂੰ ਦੇਖ ਕੇ ਅਸੀਂ ਹੋਰ ਜ਼ਿਆਦਾ ਡੀਮੋਰਲਾਈਜ਼ ਹੋ ਜਾਂਦੇ ਹਾਂ ਕਿ ਭਾਈ ਕੀ ਬਣੂ, ਅੱਗੇ ਕੀ ਹੋਊ, ਹੈ ਨਾ। ਹਰੇਕ ਨੂੰ ਚਿੰਤਾ ਪਈ ਹੋਈ ਆ। ਕਾਰਨ ਉਹਦਾ ਇਹ ਆ ਕਿ ਜਦੋਂ ਹਵਾ ਚੱਲਦੀ ਆ ਤਾਂ ਸਭ ਨੂੰ ਲੱਗਦੀ ਹੈ, ਹਾਥੀ ਨੂੰ ਵੀ ਲੱਗਦੀ ਆ, ਕੀੜੀ ਨੂੰ ਵੀ ਲੱਗਦੀ ਹੈ। ਇਸੇ ਤਰ੍ਹਾਂ ਦੁਨੀਆ ਦੇ ਵਿੱਚ ਜਿਹੜੀ ਹਵਾ ਚੱਲਦੀ ਪਈ ਆ, ਉਹਦਾ ਪ੍ਰਭਾਵ ਸਾਡੇ ਸਾਰਿਆਂ ਦੇ ਜੀਵਨ ਦੇ ਉੱਤੇ ਹੁੰਦਾ, ਭਾਵੇਂ ਕੋਈ ਅਮੀਰ ਹੋਵੇ, ਭਾਵੇਂ ਕੋਈ ਮਿਡਲ ਕਲਾਸ ਹੋਵੇ ਤੇ ਭਾਵੇਂ ਕੋਈ ਗਰੀਬ ਹੋਵੇ, ਕੋਈ ਫਰਕ ਨਹੀਂ ਪੈਂਦਾ। ਹਵਾ ਨੇ ਜਿੱਦਾਂ ਕੋਈ ਫਰਕ ਨਹੀਂ ਕਰਨਾ, ਉਸੇ ਤਰ੍ਹਾਂ ਇਸ ਜ਼ਮਾਨੇ ਦੀ ਹਵਾ ਨੇ ਵੀ ਕੋਈ ਫਰਕ ਨਹੀਂ ਕਰਨਾ। ਹੁਣ ਅਸੀਂ ਬਚ ਕੇ ਕਿਵੇਂ ਚੱਲਣਾ ਹੈ, ਇਹ ਸੋਚਣ ਵਾਲੀ ਗੱਲ ਹੁੰਦੀ ਆ, ਇਹੀ ਸਿਆਣਪ ਵਾਲੀ ਗੱਲ ਹੁੰਦੀ ਆ। ਇਹਨੂੰ ਕਹਿੰਦੇ ਨੇ ਪਲੈਨਿੰਗ। ਤਾਂ ਪਲੈਨਿੰਗ ਹਰ ਲੈਵਲ 'ਤੇ ਹੁੰਦੀ ਹੈ, ਚਾਹੇ ਵੱਡੇ ਤੋਂ ਵੱਡਾ, ਉੱਚੇ ਤੋਂ ਉੱਚਾ ਲੈਵਲ ਹੋਵੇ, ਚਾਹੇ ਨੀਵੇਂ ਤੋਂ ਨੀਵਾਂ ਹੋਵੇ, ਚਾਹੇ ਫੈਮਿਲੀ ਦੇ ਉੱਤੇ ਹੋਵੇ, ਚਾਹੇ ਛੋਟੇ ਜਿਹੇ ਗਲੀ ਮੁਹੱਲੇ ਦੀ ਗੱਲ ਹੋਵੇ। ਬਿਨਾਂ ਪਲੈਨਿੰਗ ਤੋਂ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਇੱਕ ਸਟ੍ਰੈਟਜੀ ਚਾਹੀਦੀ ਆ, ਇੱਕ ਰੋਡ ਮੈਪ ਚਾਹੀਦਾ। ਤੁਹਾਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਤੁਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ, ਬਲੈਕ ਐਂਡ ਵਾਈਟ ਦੇ ਵਿੱਚ। ਸੋ ਇਹ ਚੀਜ਼ ਹਰ ਥਾਂ ਦੇ ਉੱਤੇ ਲਾਗੂ ਹੁੰਦੀ ਆ। ਔਰ ਇਸੇ ਚੀਜ਼ ਨੂੰ ਅਸੀਂ ਦੇਖਦੇ ਪਏ ਹਾਂ, ਜਿਹੜੀਆਂ ਅਮਰੀਕਾ ਦੇ ਵਿੱਚ ਹੁਣ ਇਲੈਕਸ਼ਨਸ ਹੋ ਰਹੀਆਂ ਨੇ ਨਵੰਬਰ 5 ਨੂੰ। ਮਸਾਂ 3 ਹਫ਼ਤੇ, ਮਸਾਂ ਖਿੱਚ ਧੂ ਕੇ 3 ਹਫ਼ਤੇ। ਤਾਂ ਇਹਦੇ ਵਿੱਚ ਹੀ ਜਿਹੜਾ ਕਮਾਲ ਹੋਣਾ ਹੈ ਉਹ ਹੋ ਜਾਣਾ ਹੈ, ਔਰ ਉਸ ਤੋਂ ਬਾਅਦ ਫਿਰ ਜਿਹੜਾ ਧਮਾਲ ਹੋਣਾ ਹੈ ਉਹਦੇ ਰਿਜ਼ਲਟ ਦੇ ਨਾਲ ਪਤਾ ਲੱਗਣਾ। ਤੋ ਜੀ ਲੱਗੇ ਹੋਏ ਨੇ ਕਮਲਾ ਹੈਰਿਸ, ਉਹ ਪੂਰਾ ਜ਼ੋਰ, ਕਿਤੇ ਕੋਟ ਸ਼ੋਟ, ਕਿਤੇ ਟੀ-ਸ਼ਰਟਾਂ ਤੇ ਕਿਤੇ ਸਲੋਗਨਸ ਤੇ ਕਿਤੇ ਡੋਨਲਡ ਟਰੰਪ ਦੇ ਪਿੱਛੇ ਡੰਡਾ ਲੈ ਕੇ ਹਰ ਥਾਂ ਤੇ। ਤੇ ਡੋਨਲਡ ਟਰੰਪ ਤਾਂ ਆਪਣੀ ਤੋਪ ਲੈ ਕੇ ਆਉਂਦੇ ਨੇ, ਉੱਥੇ ਤੇ ਡੰਡੇ ਦਾ ਕੋਈ ਕੰਮ ਹੀ ਨਹੀਂ, ਉਹਨਾਂ ਕੋਲ ਤੇ ਪੂਰੀ ਤੋਪ ਹੈ। ਤਾਂ ਉਹ ਵੀ ਲੱਗੇ ਹੋਏ ਨੇ, ਕਿਤੇ ਉਹ ਗੱਲਾਂ ਬਾਤਾਂ, ਕਿਤੇ ਮਿਊਜ਼ਿਕ ਵੀ ਕਰਦੇ ਪਏ ਨੇ, ਕਿਤੇ ਇੰਟਰਵਿਊਜ਼। ਔਰ ਇਹਨਾਂ ਸਾਰੀਆਂ ਮੁਸ਼ੱਕਤਾਂ ਦੇ ਵਿੱਚ, ਇੰਨੀਆਂ ਸਾਰੀਆਂ ਕੁਸ਼ਤੀਆਂ ਦੇ ਦਾਅ ਪੇਚ ਦੇ ਵਿੱਚ ਜਿਹੜੇ ਮੇਨ ਇਸ਼ੂਜ਼ ਨੇ ਉਹ ਤਾਂ ਉਹੀਓ ਨੇ ਇਲੈਕਸ਼ਨ ਦੇ ਵਿੱਚ ਜਿਹੜੇ ਕਾਊਂਟ ਹੁੰਦੇ ਨੇ। ਦੇਖੋ ਜੀ, ਮੇਨ ਇਸ਼ੂ ਨੰਬਰ 1 ਤੇ ਆਏਗਾ ਇਕੋਨਮੀ ਦਾ। ਇਕੋਨਮੀ ਦੇ ਉੱਤੇ ਤਮਾਮ ਤਰ੍ਹਾਂ ਦੀਆਂ ਗੱਲਾਂ, ਤਮਾਮ ਤਰ੍ਹਾਂ ਦੀਆਂ ਬਾਤਾਂ, ਇਹ ਅਸੀਂ ਦੇਖਦੇ ਪਏ ਹਾਂ। ਹਰ ਕੈਂਡੀਡੇਟ ਜਾਂਦਾ ਹੈ ਥਾਂ ਦੇ ਉੱਤੇ, ਇੰਟਰਵਿਊਜ਼ ਦੇ ਵਿੱਚ, ਪੋਡਕਾਸਟ ਦੇ ਵਿੱਚ, ਪਬਲਿਕ ਦੇ ਵਿੱਚ, ਰੈਲੀਜ਼ ਦੇ ਵਿੱਚ, ਕੈਂਪੇਨਸ ਦੇ ਵਿੱਚ, ਜਿੱਥੇ ਵੀ ਉਹ ਆਪਣੀ ਇਕਨੋਮਿਕ ਪਾਲਿਸੀ ਨੂੰ ਕਲੀਅਰ ਕਰਨ ਦੀ ਗੱਲ ਕਰਦਾ, ਚਾਹੇ ਉਹ ਕਮਲਾ ਹੈਰਿਸ ਦਾ ਕੈਂਪ ਹੋਵੇ, ਚਾਹੇ ਉਹ ਡੋਨਲਡ ਟਰੰਪ ਦਾ ਕੈਂਪ ਹੋਵੇ। ਪਰ ਇੱਕ ਚੀਜ਼ ਕਾਮਨ ਇਹ ਆ ਕਿ ਗੱਲਾਂ ਬਾਤਾਂ ਤੇ ਬਹੁਤ ਨੇ, ਡਿਟੇਲਸ ਨਹੀਂ ਹੈਗੀਆਂ। ਆਹ ਕਰਾਂਗੇ, ਉਹ ਵੀ ਕਰਾਂਗੇ, ਉਹ ਤਾਂ ਅਸੀਂ ਕਰਨਾ ਹੀ ਕਰਨਾ, ਆਹ ਤਾਂ ਅਸੀਂ ਰਹਿਣ ਹੀ ਨਹੀਂ ਦੇਣਾ। ਇਹ ਸਭ ਕੁਝ ਕਿੱਦਾਂ ਕਰਾਂਗੇ, ਇਹਦੇ ਬਾਰੇ ਸਾਇਲੈਂਟ ਆ, ਕਿਸੇ ਪਾਸੇ ਕੋਈ ਗੱਲ ਨਹੀਂ। ਕਿਉਂਕਿ ਇਕੋਨਮੀ, ਫਾਈਨੈਂਸ਼ੀਅਲ ਸੈਕਟਰ,
ਉਹ तमाम ਇਹ ਸੰਕੇਤ ਕਰਦੇ ਨੇ ਕਿ ਇਸ ਵਕਤ ਤੁਸੀਂ ਕੋਈ ਵੀ ਵਾਅਦਾ ਨਹੀਂ ਕਰ ਸਕਦੇ, ਕਿਉਂਕਿ ਜੇ ਤੁਸੀਂ ਕੋਈ ਵਾਅਦਾ ਕਰੋਗੇ ਤਾਂ ਉਹ ਕੋਰੇ ਵਾਅਦੇ ਸਾਬਤ ਹੋਣਗੇ। ਇਲੈਕਸ਼ਨ ਜਿੱਤਣ ਤੋਂ ਬਾਅਦ ਕੋਈ ਵੀ ਝੂਠਾ ਨਹੀਂ ਪੈਣਾ ਚਾਹੁੰਦਾ। ਕਮਲਾ ਹੈਰਿਸ ਕੋਈ ਇਦਾਂ ਦਾ ਵਾਅਦਾ ਕਰ ਦੇਣ ਕਿ ਇਲੈਕਸ਼ਨ ਜਿੱਤਣ ਤੋਂ ਬਾਅਦ ਜੋ ਪ੍ਰੈਜ਼ੀਡੈਂਟ ਆਫ ਅਮਰੀਕਾ ਬਣ ਜਾਂਦੇ ਨੇ ਤਾਂ ਉਹ ਵਾਅਦੇ ਪੂਰੇ ਕਰਨੇ ਸੰਭਵ ਨਾ ਹੋਣ, ਤਾਂ ਫਿਰ ਉਹ ਕਿਉਂ ਇਦਾਂ ਦਾ ਵਾਅਦਾ ਕਰਨਗੇ? ਉਹ ਤਾਂ ਝੂਠੇ ਪੈ ਜਾਣਗੇ। ਔਰ ਡੋਨਲਡ ਟਰੰਪ ਤਾਂ ਵੈਸੇ ਹੀ ਬੱਲੇ ਬੱਲੇ ਨੇ, ਉਹ ਤਾਂ ਗੱਲਾਂ ਘੁਮਾ ਦਿੰਦੇ ਨੇ, ਐਂ ਖਲੇਰਾ ਪਾ ਦਿੰਦੇ ਨੇ, ਔਰ ਬਾਅਦ ਵਿੱਚ ਫਿਰ ਕਹਿੰਦੇ ਨੇ ਮੈਂ ਤੋਪਾ ਲਾ ਦੇਣਾ ਸਾਰੀਆਂ ਗੱਲਾਂ ਨੂੰ, ਸੂਈ ਧਾਗਾ ਲੈ ਕੇ। ਸਪੈਸ਼ਲ ਹੈਗਾ ਉਹਨਾਂ ਕੋਲ, ਉਹ ਸਾਰੀਆਂ ਗੱਲਾਂ ਇਕੱਠੀਆਂ ਕਰ ਦਿੰਦੇ ਨੇ। ਹੁਣ ਉਹਦਾ ਬਣਦਾ ਕੀ ਹੈ ਮਿਕਸ ਵੈਜੀਟੇਬਲ ਦਾ ਪਤਾ ਨਹੀਂ, ਉਹ ਖਾਧੀ ਜਾਂਦੀ ਹੈ ਕਿ ਨਹੀਂ, ਟੇਸਟੀ ਲੱਗਦੀ ਹੈ ਕਿ ਨਹੀਂ ਪਤਾ ਨਹੀਂ, ਪਰ ਤੋਪਾ ਲਾ ਕੇ ਸਾਰੀਆਂ ਗੱਲਾਂ ਨੂੰ ਮਿਕਸ ਵੈਜੀਟੇਬਲ ਬਣਾ ਦਿੰਦੇ ਨੇ। ਪਰ ਵਾਅਦੇ ਉਹ ਵੀ ਇਦਾਂ ਦੇ ਨਹੀਂ ਕਰਨਾ ਚਾਹੁੰਦੇ ਕਿ ਬਾਅਦ ਵਿੱਚ ਝੂਠੇ ਪੈ ਜਾਣ, ਕਿਉਂਕਿ ਆਲਰੇਡੀ ਉਹਨਾਂ ਦੇ ਉੱਤੇ ਇਦਾਂ ਦੀਆਂ ਗੱਲਾਂ ਲੱਗਦੀਆਂ ਨੇ ਕਿ ਉਹ ਬਈ ਸਾਈਡ ਬਹੁਤ ਚੇਂਜ ਕਰਦੇ ਨੇ, ਫਲਿੱਪ ਫਲॉप ਮਾਰਦੇ ਰਹਿੰਦੇ ਨੇ, ਕਦੀ ਇੱਧਰ ਦੀ ਗੱਲ ਤੇ ਕਦੀ ਉੱਧਰ ਦੀ ਗੱਲ, ਇੱਧਰ ਜਾਂਦੇ ਜਾਂਦੇ ਯੂ ਟਰਨ ਮਾਰ ਜਾਂਦੇ ਨੇ, ਪਤਾ ਨਹੀਂ ਲੱਗਦਾ। ਇਸ ਕਰਕੇ ਕੋਈ ਵੀ ਇਦਾਂ ਦਾ ਵਾਅਦਾ ਨਹੀਂ। ਕਾਰਨ ਇਹ ਆ ਕਿ ਜਿਹੜੇ ਫਾਈਨੈਂਸ਼ੀਅਲ ਐਕਸਪਰਟ ਨੇ ਉਹਨਾਂ ਨੂੰ ਆਪ ਨੂੰ ਨਹੀਂ ਸਮਝ ਆ ਰਿਹਾ ਕਿ ਇਹਨਾਂ ਦੋਵਾਂ ਲੀਡਰਸ ਨੂੰ ਕੀ ਐਡਵਾਈਸ ਕਰੀਏ, ਜਿਹੜੀ ਪਿੱਛੇ ਬੈਠੀ ਟੀਮ ਹੈ। ਕਿਉਂਕਿ ਕਮਲਾ ਹੈਰਿਸ ਤੇ ਵੀ ਇਹ ਇਲਜ਼ਾਮ ਲੱਗਦਾ ਕਿ ਫਲਿੱਪ ਫਲॉप ਮਾਰਦੇ ਨੇ, ਹਰ ਥਾਂ ਦੇ ਉੱਤੇ ਜਾ ਕੇ ਬਦਲ ਜਾਂਦੇ ਨੇ। ਕਈ ਵਾਰ ਤੇ ਉਹਨਾਂ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਗਿਰਗਿਟ ਨੇ, ਗਿਰਗਿਟ ਵਾਕਨ ਰੰਗ ਬਦਲਦੇ ਨੇ। ਠੀਕ ਹੈ, ਜੋ ਮਰਜ਼ੀ ਕਹੀ ਜਾਓ, ਕਿਉਂਕਿ ਇਲੈਕਸ਼ਨਸ ਦਾ ਦੌਰ ਹੈ, ਕੁਝ ਵੀ ਕਹਿਣ ਵਾਸਤੇ ਖੁੱਲ੍ਹ ਮਿਲੀ ਹੁੰਦੀ ਹੈ। ਮੁੱਕਦੀ ਗੱਲ ਇਹ ਆ ਕਿ ਜਿਹੜੇ ਇਹ ਦੋਵਾਂ ਦੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਇਹ ਇਹਨਾਂ ਨੂੰ ਸਮਝਾ ਕੇ ਭੇਜਦੇ ਨੇ ਵੀ ਨਾ ਹੀ ਬਾਈ ਫੜਾਂ ਵੀ ਇੰਨੀਆਂ ਕੀ ਮਾਰਨੀਆਂ ਨੇ ਜਿੰਨੀਆਂ ਕੁ ਹਜ਼ਮ ਹੋ ਜਾਣ, ਜ਼ਰੂਰਤ ਤੋਂ ਜ਼ਿਆਦਾ ਮਾਰ ਦਿੱਤੀਆਂ ਤੇ ਇਲੈਕਸ਼ਨਸ ਜਿੱਤਣ ਤੋਂ ਬਾਅਦ ਉਹ ਪੂਰੀਆਂ ਨਾ ਕਰ ਸਕੀਏ ਤਾਂ ਫਿਰ ਇਮੇਜ ਡਾਊਨ ਹੋ ਜਾਏਗੀ, ਝੂਠੇ ਸਾਬਿਤ ਹੋ ਜਾਗੇ। ਇਹਦਾ ਰੀਜ਼ਨ ਇਹ ਆ ਕਿ ਇਸ ਵਕਤ ਇਕੋਨਮੀ ਦੀ ਹਾਲਤ ਇਹ ਹੈ ਕਿ ਕੁਝ ਵੀ ਸ਼ਿਓਰ ਨਹੀਂ ਕਿਹਾ ਜਾ ਸਕਦਾ। ਕਿਤੇ ਫੈਡਰਲ ਰਿਜ਼ਰਵ ਇੰਟਰਸਟ ਰੇਟ ਘੱਟ ਕਰਦਾ ਪਿਆ, ਔਰ ਡੋਨਲਡ ਟਰੰਪ ਵੱਧ ਇੰਟਰਸਟ ਰੇਟ ਦੇ ਹੱਕ 'ਚ ਨਹੀਂ ਹੈਗੇ। ਕਮਲਾ ਹੈਰਿਸ ਕਹਿੰਦੇ ਨੇ ਕਿ ਟੈਕਸਿਸ ਉਹਨਾਂ ਨੂੰ ਜ਼ਿਆਦਾ ਦੇਣੇ ਚਾਹੀਦੇ ਨੇ ਜਿਹੜੀ ਰਿਚ ਕਲਾਸ ਹੈ, ਮਿਡਲ ਕਲਾਸ, ਲੋ ਇਨਕਮ ਗਰੁੱਪ, ਨੋ ਇਨਕਮ ਗਰੁੱਪ, ਕਿਉਂਕਿ ਨੋ ਇਨਕਮ ਤਾਂ ਵੀ ਕਈ ਵਾਰ ਸਟੇਟ ਦੇ ਉੱਤੇ ਸਾਰੇ ਨਿਰਭਰ ਕਰਦੇ ਨੇ, ਸਟੇਟ ਦੀ ਮਦਦ ਦੇ ਉੱਤੇ, ਔਰ ਉਹ ਵੀ ਗਿਣਤੀ ਵੱਧਦੀ ਪਈ ਹੈ। ਉਹ ਕੀ ਟੈਕਸ ਦੇਣਗੇ ਜੋ ਆਲਰੇਡੀ ਮਦਦ ਲੈ ਰਹੇ ਨੇ? ਤਾਂ ਲੋ ਇਨਕਮ ਗਰੁੱਪ, ਵਰਕਿੰਗ ਕਲਾਸ, ਇਹ ਸਭ ਜੋ ਇੰਨਾ ਟੈਕਸ ਨਹੀਂ ਦੇ ਸਕਦੇ ਉਹਨਾਂ ਨੂੰ ਉਹਨਾਂ ਦੀ ਜੇਬ ਦੇ ਮੁਤਾਬਿਕ ਟੈਕਸ ਦੇਣਾ ਚਾਹੀਦਾ। ਇਹ ਕਮਲਾ ਹੈਰਿਸ ਦਾ ਮਾਡਲ ਹੈ। ਔਰ ਜਿਹੜੀ ਰਿਚ ਕਲਾਸ ਆ ਉਹਨਾਂ ਵਾਸਤੇ ਟੈਕਸਿਸ ਜ਼ਿਆਦਾ ਹੋਣ, ਇਹ ਉਹਨਾਂ ਦਾ ਮਾਡਲ ਹੈ। ਹੁਣ ਡੋਨਲਡ ਟਰੰਪ ਦੇ ਉੱਤੇ ਇਹ ਗੱਲ ਆਉਂਦੀ ਆ ਕਿ ਜੋ ਅਮਰੀਕਾ ਦਾ ਬਿਜ਼ਨਸ ਹੈ ਉਹ ਸੈਕਿੰਡ ਟਰਮ ਵਾਸਤੇ ਡੋਨਲਡ ਟਰੰਪ ਦੀ ਇਕਨੋਮਿਕ ਪਾਲਿਸੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ, ਡੋਨਲਡ ਟਰੰਪ ਦੇ ਬਿਜ਼ਨਸ ਮਾਡਲ ਨੂੰ ਬਰਦਾਸ਼ਤ ਨਹੀਂ ਕਰ ਸਕਦਾ, ਕਿਉਂਕਿ ਉਹਨਾਂ ਦੇ ਉੱਤੇ ਇਹ ਇਲਜ਼ਾਮ ਲੱਗਦਾ ਕਿ ਇਹ ਕਿਹਦੇ ਪਲੇਅਰ ਨੇ, ਇਹ ਆਮ ਜਨਤਾ ਦੇ ਪਲੇਅਰ ਨੇ ਜਾਂ ਉਸ ਰਿਚ ਕਲਾਸ ਦੇ ਪਲੇਅਰ ਨੇ ਜੋ ਇਹਨਾਂ ਨੂੰ ਸਪਾਂਸਰ ਕਰ ਰਹੀ ਆ, ਉਹਨਾਂ ਵੱਲੋਂ ਖੇਡਦੇ ਪਏ ਨੇ। ਔਰ ਜਿੱਤਣ ਤੋਂ ਬਾਅਦ ਉਹਨਾਂ ਦੇ ਲਈ ਖੇਡਣਗੇ, ਆਮ ਜਨਤਾ ਦੇ ਲਈ ਨਹੀਂ ਖੇਡਣਗੇ, ਇਹ ਇੱਦਾਂ ਦੇ ਪਲੇਅਰ ਨੇ, ਇਲਜ਼ਾਮ ਲੱਗਦਾ। ਦੂਸਰੇ ਪਾਸੇ ਕਮਲਾ ਹੈਰਿਸ ਤੇ ਇਲਜ਼ਾਮ ਲੱਗਦਾ ਕਿ ਇਹ ਜਿਹੜੀ ਡੀਪ ਸਟੇਟ ਬੈਠੀ ਪਿੱਛੇ ਗੇਮ ਖੇਡਦੀ ਹੈ ਉਹਦੇ ਹੱਥਾਂ ਦੀ ਬੜੀ ਪਰਫੈਕਟ ਕਠਪੁਤਲੀ ਨੇ, ਕਿਉਂਕਿ ਉਹਨਾਂ ਨੂੰ ਇਹ ਕਠਪੁਤਲੀ ਲੱਭ ਗਈ ਆ ਕਿ ਅੱਗੇ ਦਿਖਣਗੇ ਕਮਲਾ ਹੈਰਿਸ ਤੇ ਪਿੱਛੋਂ ਉਹ ਆਪਣੀ ਗੇਮ ਖੇਡਣਗੇ। ਇਹਨਾਂ ਦੇ ਉੱਤੇ ਇਹ ਇਲਜ਼ਾਮ ਲੱਗਦੇ ਆ। ਹੁਣ ਇਹ ਸਾਰੀਆਂ ਗੱਲਾਂ ਛੁਪੀਆਂ ਹੋਈਆਂ ਸਾਹਮਣੇ ਤਾਂ ਆਉਂਦੀਆਂ ਨਹੀਂ, ਰਿਊਮਰਸ ਨੇ, ਕਨਸਪੀਰੇਸੀ ਥਿਊਰੀ ਹੈ। ਮਤਲਬ ਅੱਜ ਆਪਾਂ ਸਿੱਧੀਆਂ ਪੱਧਰੀਆਂ ਗੱਲਾਂ ਕਰਾਂਗੇ ਜੋ ਆਮ ਜਨਤਾ ਸੋਚਦੀ ਹੈ। ਟੈਕਨੀਕਲ ਗੱਲਾਂ ਬਹੁਤ ਹੋ ਗਈਆਂ ਔਰ ਚੱਲਦੀਆਂ ਰਹਿਣਗੀਆਂ ਉਹ ਵੀ, ਕਿਉਂਕਿ ਨਵੰਬਰ 5 ਨੂੰ ਹਜੇ ਥੋੜ੍ਹਾ ਜਿਹਾ ਟਾਈਮ ਹੈ। ਸਵਿੰਗ ਸਟੇਟਸ ਦੇ ਵਿੱਚ ਕਿੰਨਾ ਪਰਸੈਂਟੇਜ ਕਿੱਧਰ ਜਾਂਦਾ ਪਿਆ, ਇਹ ਸਾਰੀਆਂ ਗੱਲਾਂ ਤਾਂ ਚੱਲਦੀਆਂ ਰਹਿੰਦੀਆਂ ਨੇ, ਕਿਉਂਕਿ ਇਹ ਸਭ ਆਈਡੀਆਜ਼ ਨੇ। ਕਿਸੇ ਨੇ ਘਰ ਘਰ ਜਾ ਕੇ ਕਿ ਇੱਦਾਂ ਦਾ ਪੁੱਛ ਕੇ ਦੇਖਿਆ ਨੇ, ਕਿਸੇ ਦੇ ਢਿੱਡ 'ਚ ਵੜ ਕੇ ਤਾਂ ਦੇਖਿਆ ਨਹੀਂ ਕਿ ਕੌਣ ਕਿਹਨੂੰ ਵੋਟ ਪਾਊਗਾ, ਕਹਿਣ ਦੀਆਂ ਗੱਲਾਂ ਨੇ। ਔਰ ਉਸ ਆਧਾਰ ਦੇ ਉੱਤੇ ਇੱਧਰ ਵੋਟਿੰਗ ਹੋਈ, 10 ਬੰਦੇ ਤੋਂ ਪੁੱਛਿਆ, 20 ਬੰਦੇ ਤੋਂ ਪੁੱਛਿਆ, ਉਸ ਆਧਾਰ ਦੇ ਉੱਤੇ ਇੱਕ ਐਗਜ਼ਿਟ ਪੋਲ ਦਾ ਡਾਟਾ ਦੇ ਦਿੱਤਾ। ਕਿਉਂਕਿ ਜਿਹੜੇ ਡਿਫਰੈਂਟ ਟੀਵੀ ਚੈਨਲਸ, ਮੀਡੀਆ ਹਾਊਸਿਸ ਨੇ, ਉਹਨਾਂ ਨੇ ਵੀ ਤਾਂ ਕੋਈ ਕੰਮ ਕਰਨਾ, ਵਿਹਲੇ ਥੋੜ੍ਹਾ ਬਹਿਣਾ, ਐਵੇਂ ਥੋੜ੍ਹਾ ਤਨਖਾਹਾਂ ਲੈਣੀਆਂ ਨੇ ਉਹਨਾਂ ਨੇ, ਉਹ ਵੀ ਲੱਗੇ ਹੋਏ ਨੇ। ਤਾਂ ਇਹ ਖੇਲ ਤਮਾਸ਼ੇ ਦੇ ਚੱਲਦੇ ਹੀ ਰਹਿਣੇ ਨੇ ਕਿ ਅੱਜ ਜੀ ਰਿਪਬਲਿਕਨਸ ਅੱਗੇ ਹੋ ਗਏ ਤੇ ਅੱਜ ਡੈਮੋਕ੍ਰੇਟਸ ਅੱਗੇ ਹੋ ਗਏ, ਇੰਨੇ ਪਰਸੈਂਟ ਉਹ ਅੱਗੇ ਹੋ ਗਏ, ਇੰਨੇ ਪਰਸੈਂਟ ਉਹ ਪਿੱਛੇ ਰਹਿ ਗਏ, ਇਹ ਚੱਲਦਾ ਰਹਿਣਾ। ਮੇਨ ਗੱਲਾਂ ਜੋ ਆਪਾਂ ਕਰਦੇ ਪਏ ਹਾਂ ਆਪਣੇ ਲੈਵਲ 'ਤੇ ਉਹ ਇਹ ਕਿ ਜਿਹੜੇ ਟੈਕਸਿਸ ਨੇ, ਕਿਉਂਕਿ ਸਾਡੇ ਸਾਰਿਆਂ ਦੇ ਜੇਬ ਦੇ ਉੱਤੇ ਉਹਦਾ ਵੇਟ ਪੈਣਾ, ਬੋਝ ਪੈਣਾ, ਉਹ ਕੌਣ ਕਿੰਨੇ ਲਾ ਸਕਦਾ,
ਹੁਣ ਕਮਲਾ ਹੈਰਿਸ ਕਹਿਣਗੇ ਰਿਚ ਕਲਾਸ ਜ਼ਿਆਦਾ ਦੇਗੀ ਤੇ ਜਿਹੜੇ ਲੋ ਇਨਕਮ ਗਰੁੱਪ ਨੇ, ਹੈ ਨਾ, ਮਿਡਲ ਕਲਾਸ ਹੈ ਜਾਂ ਨੋ ਇਨਕਮ ਵਾਲੇ ਨੇ, ਉਹਨਾਂ ਨੂੰ ਕੀ ਟੈਕਸ ਦੇਣੇ ਪੈਣਗੇ, ਉਹ ਇੱਕ ਵੱਖਰੀ ਸਲੈਬ ਹੋਏਗੀ। ਹੁਣ ਇਹ ਗੱਲਾਂ ਨੇ, ਗੱਲ ਤਾਂ ਉਦੋਂ ਸਾਹਮਣੇ ਆਉਣੀ ਹੈ ਨਾ ਜਦੋਂ ਸਭ ਕੁਝ ਜਿੱਤ ਜਾਣਾ, ਔਰ ਜਦੋਂ ਆਪਣੇ ਹੱਥ 'ਚ ਗੇਮ ਆ ਜਾਣੀ ਹੈ। ਔਰ ਫਿਰ ਵੀ ਇਹ ਦੇਖਣਾ ਪੈਣਾ ਕਿ ਇਕੋਨਮੀ ਦਾ ਕੀ ਹਾਲ ਹੈ। ਇਹ ਜਿਹੜਾ ਫਰੀ ਬੀਜ਼ ਪੋਲੀਟਿਕਸ ਆਪਾਂ ਖੇਡਦੇ ਹਾਂ, ਹੈ ਨਾ, ਮੁਫਤ ਦੀਆਂ ਰਿਓੜੀਆਂ ਵੰਡਦੇ ਹਾਂ, ਇਹ ਕਿੰਨੀਆਂ ਵੰਡੀਆਂ ਜਾ ਸਕਦੀਆਂ ਨੇ, ਇਹ ਉਦੋਂ ਦੇਖਣਾ ਪਏਗਾ। ਇਸ ਵਕਤ ਇਸ ਕਰਕੇ ਇਹ ਗੋਲ-ਮੋਲ ਗੱਲਾਂ ਨੇ, ਡਿਟੇਲਸ ਨਹੀਂ ਹੈਗੀਆਂ, ਸਿਰਫ ਗੱਲਾਂ ਕੀਤੀਆਂ ਜਾਂਦੀਆਂ ਨੇ। ਜੋ ਬਾਈਡਨ ਤੇ ਕਹਿੰਦੇ ਨੇ ਮੈਂ ਬਿਜਲੀ ਦੇ ਬਿੱਲ ਵੀ ਅੱਧੇ ਕਰ ਦੂੰਗਾ, ਗੱਲ ਹੁੰਦੀ ਹੈ। ਔਰ ਉਸ ਗੱਲ ਨੂੰ ਕਿਤੋਂ ਫੜ ਲਿਆ ਡੋਨਲਡ ਟਰੰਪ ਨੇ ਵੀ, ਔਰ ਉਹ ਵੀ ਆ ਗਿਆ ਫਰੀ ਬੀਜ਼ ਪੋਲੀਟਿਕਸ। ਹਾਲਾਂਕਿ ਜੋ ਬਾਈਡਨ ਜਦੋਂ ਕਹਿੰਦੇ ਨੇ ਉਹ ਮਜ਼ਾਕ ਉਡਾਉਂਦੇ ਨੇ ਉਹਨਾਂ ਦਾ, ਡੋਨਲਡ ਟਰੰਪ ਦਾ। ਆਪਾਂ ਗੱਲ ਘੁਮਾ ਕੇ ਕਹਿ ਰਹੇ ਹਾਂ, ਗੱਲ ਡੋਨਲਡ ਟਰੰਪ ਦੀ ਹੈ, ਰਿਓੜੀਆਂ ਵੰਡਦੇ ਪਏ ਨੇ। ਔਰ ਕਿਤੇ ਨਾ ਕਿਤੇ ਜੋ ਬਾਈਡਨ ਦੇ ਕੈਂਪ 'ਚੋਂ ਵੀ ਗੱਲਾਂ ਹੁੰਦੀਆਂ ਨੇ ਵੀ ਇਹ ਇੰਡੀਆ ਤੋਂ ਕਿੱਥੋਂ ਲੈ ਕੇ ਆ ਗਏ ਰਿਓੜੀਆਂ ਵੰਡਣ ਵਾਸਤੇ ਕਿ ਅਸੀਂ ਬਿਜਲੀ ਦੇ ਬਿੱਲ ਅੱਧੇ ਕਰ ਦੇਣੇ ਨੇ। ਕਿੱਦਾਂ, ਹਾਓ, ਪੈਸੇ ਕਿੱਥੋਂ ਆਉਣਗੇ, ਮੈਨੇਜ ਕਿੱਦਾਂ ਕਰੋਗੇ? ਕਿਉਂਕਿ ਹਜੇ ਸਟੇਟ ਐਕਸਚੈਕਰ ਨੇ ਆਪਣੇ ਵੱਲੋਂ ਕੋਈ ਵੀ ਗ੍ਰੀਨ ਸਿਗਨਲ ਨਹੀਂ ਦਿੱਤਾ। ਆਫਟਰ ਆਲ ਤੁਹਾਨੂੰ ਇਕੋਨਮੀ ਦੇਖਣੀ ਪਏਗੀ ਨਾ। ਇੱਕ ਗਰੁੱਪ ਨੂੰ ਫਾਇਦਾ ਦੇਣ ਵਾਸਤੇ ਤੁਸੀਂ ਦੂਸਰੇ ਗਰੁੱਪ ਦਾ ਨੁਕਸਾਨ ਕਿਵੇਂ ਕਰ ਸਕਦੇ ਹੋ? ਕੋਈ ਵੀ ਬੰਦਾ ਇਸ ਦਾ ਹਾਮੀ ਨਹੀਂ ਹੋਏਗਾ, ਕੋਈ ਵੀ ਬੰਦਾ ਇਸ ਨੂੰ ਐਕਸੈਪਟ ਨਹੀਂ ਕਰੇਗਾ। ਨਾਓ ਕਮਲਾ ਹੈਰਿਸ ਆਪਣਾ ਫਰੀ ਬੀਜ਼ ਪੋਲੀਟਿਕਸ ਦੇ ਰਹੇ ਨੇ ਬਲੈਕ ਮੈਨ ਵੋਟਰਸ ਨੂੰ ਆਪਣੇ ਵੱਲ ਲਿਆਉਣ ਵਾਸਤੇ, ਐਂਟਰਪ੍ਰੈਨਿਓਰ ਬਣਾਉਣ ਵਾਸਤੇ ਕਿ ਤੁਹਾਨੂੰ ਇੱਦਾਂ ਦੇ ਅਸੀਂ ਲੋਨ ਦੇਵਾਂਗੇ, ਜਿਹੜੇ ਲੋਨ ਤੁਸੀਂ ਜੇ ਵਾਪਸ ਨਾ ਵੀ ਕਰ ਸਕੋ, ਅਫੋਰਡ ਨਾ ਕਰ ਸਕੋ, ਤਾਂ ਤੁਸੀਂ ਸਮਝੋ ਮਾਫ ਕਰ ਦਿੱਤੇ, ਬਸ ਤੁਸੀਂ ਤਰੱਕੀ ਕਰੋ, ਓਪਰਚੁਨਿਟੀ ਇਕੋਨਮੀ। ਸੋ ਇਹ ਤਮਾਮ ਗੱਲਾਂ, ਤਮਾਮ ਬਾਤਾਂ ਇਹ ਜਾਂਦੀਆਂ ਕਿੱਧਰ ਪਈਆਂ ਨੇ? ਇਹ ਜਾਂਦੀਆਂ ਸਾਨੂੰ ਇਹ ਦੇਖਣਾ ਪਏਗਾ ਕਿ ਜਿਹੜੇ ਫਾਈਨੈਂਸ਼ੀਅਲ ਐਕਸਪਰਟ ਬੈਠੇ ਹੋਏ ਨੇ, ਇਨਵੈਸਟਰਸ ਬੈਠੇ ਹੋਏ ਨੇ, ਉਹ ਇਸ ਵਕਤ ਕੋਈ ਵੀ ਪੈਸਾ ਜਾਂ ਇੰਨਾ ਪੈਸਾ ਇਕੋਨਮੀ ਦੇ ਵਿੱਚ ਨਹੀਂ ਲਗਾ ਰਹੇ। ਕਿਉਂ? ਵੇਟ ਐਂਡ ਵਾਚ ਦੀ ਸਥਿਤੀ ਹੈ, ਉਹ ਹੋਰ ਗੇਮਸ ਖੇਡਦੇ ਪਏ ਨੇ। ਤਾਂ ਇਸ ਕੰਟੈਕਸਟ ਦੇ ਵਿੱਚ ਆਪਾਂ ਇਹ ਦੇਖ ਸਕਦੇ ਹਾਂ, ਆਪਾਂ ਇਹ ਸ਼ੋਰ ਕਰ ਸਕਦੇ ਹਾਂ ਕਿ ਸਿਚੁਏਸ਼ਨ ਇਹ ਹੈ ਕਿ ਇਸ ਵਕਤ ਨਾ ਕਮਲਾ ਹੈਰਿਸ ਆਪਣੇ ਵੱਲੋਂ ਕੋਈ ਪੱਕੀ ਗੱਲ ਕਰ ਸਕਦੇ ਨੇ ਤੇ ਨਾ ਡੋਨਲਡ ਟਰੰਪ ਕਰ ਸਕਦੇ ਨੇ, ਕਿਉਂਕਿ ਇਸ ਵਕਤ ਸਿਚੁਏਸ਼ਨ ਇਹ ਬਣੀ ਹੋਈ ਹੈ। ਪੁੱਛ ਕੇ ਤਾਂ ਫੈਡਰਲ ਰਿਜ਼ਰਵ ਤੋਂ ਚੱਲਣਾ ਪਏਗਾ ਨਾ। ਇਹ ਵੱਖਰੀਆਂ ਗੱਲਾਂ ਨੇ ਕਿ ਫੈਡਰਲ ਰਿਜ਼ਰਵ ਨੂੰ ਕੰਟਰੋਲ ਕਰ ਲਵੋ, ਇੱਦਾਂ ਦਾ ਕਮਿਸ਼ਨ ਬਣਾ ਦਿਓ ਜਿਹਦੇ ਹੈਡ ਐਲੋਨ ਮਸਕ ਹੋਣਗੇ ਤਾਂ ਕਿ ਫੈਡਰਲ ਰਿਜ਼ਰਵ ਦੀ ਆਡਿਟ ਹੋ ਸਕੇ, ਫालतू ਦੇ ਖਰਚੇ ਬਚਾ ਸਕੀਏ। ਡੋਨਲਡ ਟਰੰਪ ਮਾਡਲ ਦੇ ਰਹੇ ਨੇ ਆਪਣਾ। ਤਾਂ ਨਵੰਬਰ 5 ਤੋਂ ਪਹਿਲਾਂ ਤਮਾਮ ਇੱਦਾਂ ਦੀਆਂ ਗੱਲਾਂ ਹੋਣਗੀਆਂ, ਤਰ੍ਹਾਂ ਦੀਆਂ ਗੱਲਾਂ ਹੋਣਗੀਆਂ। ਮਤਲਬ ਉਹੀ ਮੁਫਤ ਦੀਆਂ ਰਿਓੜੀਆਂ ਖਵਾਉਣ ਦੀ ਕੋਸ਼ਿਸ਼ ਹੋਏਗੀ, ਕਿਉਂਕਿ ਹਰ ਕੰਟਰੀ ਦੇ ਵਿੱਚ ਹੁੰਦੀ ਆ, ਲੋਕਾਂ ਨੂੰ ਆਪਣੇ ਵੱਲ ਲਿਆਉਣ ਦੀ ਕੋਸ਼ਿਸ਼ ਹੋਏਗੀ। ਪਰ ਅਸਲੀ ਗੇਮ ਉਦੋਂ ਸਮਝ ਆਉਣੀ ਹੈ ਜਦੋਂ ਇਲੈਕਸ਼ਨਸ ਦੀਆਂ ਤਰੀਕਾਂ ਤੋਂ ਬਾਅਦ, ਇਲੈਕਸ਼ਨਸ ਭੁਗਤਣ ਤੋਂ ਬਾਅਦ ਰਿਜ਼ਲਟ ਸਾਹਮਣੇ ਆ ਜਾਣੇ ਨੇ। ਇਹ ਸਾਰੀਆਂ ਗੱਲਾਂ ਆਪਾਂ ਕਰਦੇ ਪਏ ਅੱਜ ਪਰਿਵਾਰ 'ਚ ਬਹਿ ਕੇ, ਆਮ ਸਿੱਧੀਆਂ ਸਾਦੀਆਂ ਗੱਲਾਂ, ਬੇਬੇ ਜੀ ਨਾਲ ਬਹਿ ਕੇ, ਬਾਪੂ ਜੀ ਨਾਲ ਬਹਿ ਕੇ ਆਹ ਗੱਲਾਂ ਹੁੰਦੀਆਂ ਪਈਆਂ ਨੇ। ਸੋ ਮੇਨ ਗੱਲ ਇਹ ਦੇਖਣ ਵਾਲੀ ਆ ਕਿ ਸਾਨੂੰ ਸੂਟ ਕੌਣ ਕਰਦੇ ਨੇ, ਔਰ ਉਹਨਾਂ ਦਾ ਟਰੈਕ ਰਿਕਾਰਡ ਦੇਖਣਾ ਪਏਗਾ। ਸਾਨੂੰ ਪਿਛੋਕੜ ਦੇਖਣਾ ਪਏਗਾ ਕਿ ਜਦੋਂ ਡੈਮੋਕ੍ਰੇਟਸ ਦਾ ਰੂਲ ਰਿਹਾ ਉਹ ਕਿੱਦਾਂ ਰਿਹਾ, ਉਦੋਂ ਕੀ ਹਾਲਾਤ ਸੀਗੇ ਦੇਸ਼ ਦੇ, ਅਤੇ ਜਦੋਂ ਰਿਪਬਲਿਕਨਸ ਦਾ ਰਿਹਾ ਉਦੋਂ ਕੀ ਹਾਲਾਤ ਸੀ ਦੇਸ਼ ਦੇ, ਉਹਨਾਂ ਨੇ ਕੀ ਕੁਝ ਕੀਤਾ। ਇਹ ਸਭ ਗੱਲਾਂ ਕੋਖਣੀਆਂ ਪੈਣਗੀਆਂ। ਹੁਣ ਕਮਲਾ ਹੈਰਿਸ ਆਪਣੀ ਚੀਜ਼ ਜਦੋਂ ਦਿੰਦੇ ਨੇ ਤਾਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਉਹਨਾਂ ਦੀ ਚੀਜ਼, ਉਹਨਾਂ ਦਾ ਮਾਡਲ ਤਾਂ ਹੀ ਅਪਲਾਈ ਹੋ ਸਕਦਾ ਜੇ ਪੂਰੀ ਸੈਨੇਟ ਦੇ ਵਿੱਚ, ਪੂਰੇ ਹਾਊਸਿਸ ਦੇ ਵਿੱਚ ਉਹਨਾਂ ਦੀ ਮੈਜੋਰਿਟੀ ਹੋਵੇ, ਪੂਰਾ ਕੰਟਰੋਲ ਉਹਨਾਂ ਦੇ ਹੱਥਾਂ 'ਚ ਹੋਵੇ, ਕਾਂਗਰਸ ਦੇ ਵੱਲੋਂ ਸਭ ਕੁਝ, ਐਵਰੀਥਿੰਗ ਉਹਨਾਂ ਦੀ ਆਪਣੀ ਹੋਵੇ। ਔਰ ਜੇ ਅਸੀਂ ਦੇਖਦੇ ਹਾਂ ਡੋਨਲਡ ਟਰੰਪ ਦੇ ਇਸ਼ੂਜ਼ ਨੂੰ, ਤਾਂ ਕਿਤੇ ਨਾ ਕਿਤੇ ਉਹ ਲੀਗਲ ਮੈਟਰਸ ਬਣ ਜਾਂਦੇ ਨੇ, ਚੈਲੰਜ ਕਰਦੇ ਨੇ ਕਾਨੂੰਨ ਨੂੰ। ਕਿਤੇ ਨਾ ਕਿਤੇ ਇਹ ਚੀਜ਼ ਦੇਖਣ ਨੂੰ ਮਿਲਦੀ ਹੈ। ਤਾਂ ਫਿਰ ਦੋਵੇਂ ਪਾਸੇ ਡਿਟੇਲਸ ਨਹੀਂ ਹੈਗੀਆਂ, ਦੋਵੇਂ ਪਾਸੇ ਇੱਕ ਟੇਸਟ ਕਰਵਾਇਆ ਜਾ ਰਿਹਾ। ਜਿਵੇਂ ਕਹਿੰਦੇ ਨੇ ਨਾ, ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਇੱਕ ਟ੍ਰੇਲਰ ਹੁੰਦਾ। ਲਾਈਕਵਾਈਜ਼ ਕਿਤੇ ਮਠਿਆਈ ਦੀ ਦੁਕਾਨ 'ਤੇ ਜਾਓ ਤਾਂ ਵੱਖ-ਵੱਖ ਮਿਠਾਈਆਂ ਟੇਸਟ ਕਰਵਾਉਂਦਾ ਤੁਹਾਨੂੰ, ਫਿਰ ਮੂਡ ਬਣਾਓ ਵੀ ਕਿਹੜੀ ਖਰੀਦਣੀ ਹੈ। ਇਹ ਉੱਦਾਂ ਹੀ ਟੇਸਟ ਹੈ, ਇਹ ਟੇਸਟ ਦਿੱਤਾ ਜਾ ਰਿਹਾ। ਇਹਦੇ ਵਿੱਚ ਟੋਟਲ ਡਿਸ਼ ਨਹੀਂ ਖਵਾਈ ਜਾਏਗੀ, ਉਹ ਉਦੋਂ ਖਵਾਈ ਜਾਏਗੀ ਜਦੋਂ 5 ਨਵੰਬਰ ਤੋਂ ਬਾਅਦ ਨਤੀਜੇ ਘੋਸ਼ਿਤ ਹੋ ਜਾਣਗੇ। ਤਾਂ ਇਸ ਕਰਕੇ ਅੱਜ ਦੀ ਡੇਟ ਦੇ ਵਿੱਚ ਹਰ ਤਰ੍ਹਾਂ ਦੀ ਕੋਸ਼ਿਸ਼ ਹੋ ਰਹੀ ਹੈ, ਜਿਹੜੇ ਫੰਡ ਰੇਜ਼ ਹੋ ਰਹੇ ਨੇ ਉਹਨਾਂ ਦਾ ਖਰਚਾ ਕਿੱਥੇ ਹੋਵੇ, ਕਿੱਦਾਂ ਹੋਵੇ, ਕਿਹੜੇ ਵੋਟਰਸ ਦੇ ਉੱਤੇ, ਕਿਹੜੀ ਸਵਿੰਗ ਸਟੇਟਸ ਦੇ ਉੱਤੇ ਕਿੰਨਾ ਬਜਟ ਰੱਖਿਆ ਜਾਵੇ।
ਹੁਣ ਅੱਜ ਜਿਹੜੇ ਇਹਨਾਂ ਦੇ ਵੋਲੰਟੀਅਰਸ ਵੀ ਨੇ ਦੋਵਾਂ ਧਿਰਾਂ ਦੇ, ਉਹ ਘਰ ਘਰ ਜਾਣ ਤੋਂ ਥੋੜ੍ਹਾ ਜਿਹਾ ਗੁਰੇਜ਼ ਕਰਦੇ ਨੇ ਕਿਉਂਕਿ ਸਮਾਂ ਘੱਟ ਹੈ। ਇਸ ਕਰਕੇ ਐਪਸ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਨਿਰਭਰ ਕਰਦੇ ਨੇ। ਗੱਲਾਂ ਬਾਤਾਂ ਉਹੀ ਸਿੱਧ ਪੱਧਰੀਆਂ ਨੇ। ਨਾ ਡੈਮੋਕ੍ਰੇਟਸ, ਨਾ ਕਮਲਾ ਹੈਰਿਸ, ਨਾ ਰਿਪਬਲਿਕਨਸ, ਨਾ ਡੋਨਲਡ ਟਰੰਪ ਆਪਣੀ ਆਦਤਾਂ ਛੱਡਦੇ ਪਏ ਨੇ ਤੇ ਨਾ ਉਹਨਾਂ ਨੇ ਛੱਡਣੀਆਂ ਨੇ, ਕਿਉਂਕਿ ਇੱਕ ਤਰ੍ਹਾਂ ਦਾ ਉਹਨਾਂ ਦਾ ਉਹ ਬਣਿਆ ਹੋਇਆ ਨਾ ਪੂਰੇ ਦਾ ਪੂਰਾ ਖਾਕਾ, ਜਿਹਦੇ ਆਧਾਰ ਦੇ ਉੱਤੇ ਉਹ ਚੱਲਦੇ ਪਏ ਨੇ। ਡੋਨਲਡ ਟਰੰਪ ਇਮੀਗ੍ਰੈਂਟਸ ਦੇ ਪਿੱਛੇ ਤੋਪ ਲੈ ਕੇ ਪਏ ਹੋਏ ਨੇ, ਫੌਜਾਂ ਆਉਣਗੀਆਂ, ਉਹਨਾਂ ਨੂੰ ਕੱਢ ਦੇਣਾ ਹੈ, ਇਲੀਗਲ ਜਿਹੜੇ ਬੈਠੇ ਨੇ। ਕਮਲਾ ਹੈਰਿਸ ਕਹਿੰਦੇ ਨੇ ਕਿ ਜੇ ਉਹ ਇਲੀਗਲ ਨੇ ਤਾਂ ਤੁਸੀਂ ਇਲੀਗਲ ਮੈਥਡ ਅਪਣਾਓਗੇ ਉਹਨਾਂ ਨੂੰ ਕੱਢਣ ਵਾਸਤੇ। ਇੱਧਰ ਇਹ ਮੁੱਦੇ ਚੱਲਦੇ ਪਏ ਨੇ, ਐਬੋਰਸ਼ਨ ਦਾ ਮੁੱਦਾ ਚੱਲਦਾ ਪਿਆ ਹੈ ਨਾ, ਤਾਂ ਇਹ ਡੈਮੋਕ੍ਰੇਟਸ ਲੈ ਕੇ ਬੈਠੇ ਨੇ। ਰਿਪਬਲਿਕਨਸ ਦੇ ਇੱਕੋ ਹੀ ਚੀਜ਼ ਹੈ, ਇਮੀਗ੍ਰੇਸ਼ਨ ਔਰ ਇਕੋਨਮੀ ਦਾ ਮੁੱਦਾ ਦੋਵੇਂ ਤਰ੍ਹਾਂ ਦਾ। ਇਸ ਤੋਂ ਇਲਾਵਾ ਟੈਰਿਫਸ ਆ ਗਏ, ਕਿਉਂਕਿ ਕੰਟਰੀ ਦੀ ਆਪਾਂ ਇਹ ਵੀ ਬਚਾਉਣੀ ਹੈ ਸਾਖ, ਕੰਟਰੀ ਦੀ ਇੰਡਸਟਰੀ ਵੀ ਬਚਾਉਣੀ ਹੈ, ਕਿਉਂਕਿ ਸਾਰੇ ਜੌਬਸ ਕਰਦੇ ਨੇ ਉਹਦੇ ਮੁਤਾਬਿਕ। ਕਿਸੇ ਦਾ ਪਰਸਨਲ ਬਿਜ਼ਨਸ ਹੈ, ਕੋਈ ਪ੍ਰੋਫੈਸ਼ਨਲ ਹੈ, ਕੋਈ ਐਂਟਰਪ੍ਰੈਨਿਓਰ ਹੈ, ਉਹ ਉਹਦੇ ਮੁਤਾਬਿਕ ਦੇਖੇਗਾ। ਔਰ ਦੂਜੀਆਂ ਗੱਲਾਂ ਜਿਹੜੀਆਂ ਆਪਾਂ ਹਮੇਸ਼ਾ ਕ੍ਰਿਟੀਸਾਈਜ਼ ਵੀ ਕੀਤੀਆਂ ਨੇ ਰੇਸਿਜ਼ਮ ਨੂੰ ਲੈ ਕੇ, ਉਹ ਗੱਲਾਂ ਉੱਥੇ ਦੀਆਂ ਉੱਥੇ ਨੇ। ਆਪਾਂ ਇਹ ਗੱਲਾਂ ਵੀ ਕ੍ਰਿਟੀਸਾਈਜ਼ ਕੀਤੀਆਂ ਨੇ ਕਿ ਹੁਣ ਤੱਕ ਅਮਰੀਕਾ ਦੀ ਹਿਸਟਰੀ ਦੇ ਵਿੱਚ ਕੋਈ ਵੀ ਲੇਡੀ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ, ਜਦੋਂ ਬਾਕੀ ਦੇਸ਼ਾਂ 'ਚ ਆਪਾਂ ਦੇਖਦੇ ਹਾਂ ਬਣਦੀਆਂ ਨੇ, ਤਾਂ ਅਮਰੀਕਾ ਦੀ ਧਰਤੀ ਦੇ ਉੱਤੇ ਪ੍ਰੈਜ਼ੀਡੈਂਟ ਕਿਉਂ ਨਹੀਂ ਬਣੀ? ਕਿਆ ਮੇਲ ਡੋਮੀਨੇਟਡ ਸੋਸਾਇਟੀ ਆ ਅਮਰੀਕਨ ਸੋਸਾਇਟੀ? ਇਹਨੂੰ ਆਪਾਂ ਸਿਵਲਾਈਜ਼ ਸੋਸਾਇਟੀ ਕਹਿੰਦੇ ਹਾਂ। ਇਹ ਵੀ ਪੁਆਇੰਟਸ ਉੱਠਦੇ ਪਏ ਨੇ। ਸੋ ਇਹ ਤਮਾਮ ਤਰ੍ਹਾਂ ਦੀਆਂ ਗੱਲਾਂ ਸਾਨੂੰ ਇਸ ਗੱਲ ਵੱਲ ਸੋਚਣ ਵਾਸਤੇ ਮਜਬੂਰ ਕਰਦੀਆਂ ਨੇ ਕਿ ਬਚਪਨ ਦੇ ਵਿੱਚ ਜਿਹੜਾ ਆਪਾਂ ਐਸੇ ਲਿਖਦੇ ਹੁੰਦੇ ਸੀ, ਜੇ ਮੈਂ ਭਾਰਤ ਦਾ ਪ੍ਰਧਾਨ ਮੰਤਰੀ ਹੁੰਦਾ ਜਾਂ ਅਮਰੀਕਾ ਦੀ ਧਰਤੀ ਦੇ ਉੱਤੇ ਸਕੂਲਾਂ ਦੇ ਵਿੱਚ ਬੱਚੇ ਲਿਖਦੇ ਹੋਣਗੇ, ਜੇ ਮੈਂ ਪ੍ਰੈਜ਼ੀਡੈਂਟ ਆਫ ਅਮਰੀਕਾ ਹੋਵਾਂ ਤਾਂ ਮੈਂ ਕੀ ਕੁਝ ਕਰਾਂ, ਤਾਂ ਉਹ ਗੱਲਾਂ ਇਸ ਸੱਚਾਈ ਨਾਲ ਕਿੰਨੀਆਂ ਮੈਚ ਕਰਦੀਆਂ ਨੇ। ਔਰ ਦੂਸਰੀ ਗੱਲ ਇਹ ਕਿ ਜਿਹੜੇ ਪੋਲੀਟੀਕਲ ਪਲੇਟਫਾਰਮਸ ਨੇ ਉਹਨਾਂ ਦੇ ਉੱਤੋਂ ਜਿਹੜੀਆਂ ਗੱਲਾਂ ਕਹੀਆਂ ਜਾਂਦੀਆਂ ਨੇ, ਕਈ ਵਾਰ ਤੇ ਜ਼ਹਿਰ ਭਿੱਜੇ ਸ਼ਬਦ ਇਸਤੇਮਾਲ ਕੀਤੇ ਜਾਂਦੇ ਨੇ, ਉਹਨਾਂ ਦਾ ਅਸਰ ਕੀ ਪਏਗਾ ਉਹਨਾਂ ਬੱਚਿਆਂ ਦੇ ਮਨਾਂ ਦੇ ਉੱਤੇ ਜਿਹੜੇ ਇਹ ਐਸੇ ਰਾਈਟਿੰਗ ਕਰਦੇ ਪਏ ਨੇ, ਜੇ ਮੈਂ ਪ੍ਰੈਜ਼ੀਡੈਂਟ ਆਫ ਅਮਰੀਕਾ ਹੁੰਦਾ, ਕਿ ਆਹ ਲੀਡਰਸ ਬੋਲਦੇ ਆ, ਆਹ ਲੀਡਰਸ ਕਰਦੇ ਆ। ਮਤਲਬ ਇਹ ਕਰਨਾ ਜ਼ਰੂਰੀ ਹੁੰਦਾ ਇਲੈਕਸ਼ਨ ਵਾਸਤੇ, ਵੋਟ ਬੈਂਕ ਕ੍ਰੀਏਟ ਕਰਨ ਵਾਸਤੇ? ਮਤਲਬ ਤੁਸੀਂ ਕਿਸੇ ਵੀ ਹੱਦ ਤੱਕ ਜਾਓਗੇ, ਮਾਨਵਤਾ ਨੂੰ ਵੀ ਛਿੱਕੇ ਟੰਗੋਗੇ, ਲੇਡੀਜ਼ ਦੇ ਖਿਲਾਫ ਵੀ ਕੁਝ ਨਾ ਕੁਝ ਬੋਲਦੇ ਹੋ, ਜਿਵੇਂ ਕਮਲਾ ਹੈਰਿਸ ਦੇ ਬਾਰੇ ਬੋਲਦੇ ਨੇ ਡੋਨਲਡ ਟਰੰਪ। ਮੁੱਦੇ ਉਹੀ ਨੇ। ਕਮਲਾ ਹੈਰਿਸ ਡੋਨਲਡ ਟਰੰਪ ਦੀ ਫਿਟਨੈਸ ਦੇ ਉੱਤੇ, ਕਾਬਲੀਅਤ ਦੇ ਉੱਤੇ, ਉਹਨਾਂ ਦੇ ਦਿਮਾਗੀ ਤਵਾਜ਼ਨ ਦੇ ਉੱਤੇ ਗੱਲਬਾਤ ਕਰਦੇ ਨੇ। ਜੇ ਜੋ ਬਾਈਡਨ ਦੀ ਏਜ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਡੋਨਲਡ ਟਰੰਪ ਦੀ ਏਜ ਬਾਰੇ ਕਿਉਂ ਨਾ ਗੱਲ ਕੀਤੀ ਜਾਵੇ? ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਵਾੜ ਦੇਣਾ ਚਾਹੁੰਦੇ ਨੇ ਕਮਲਾ ਹੈਰਿਸ ਕਿ ਮੈਡੀਕਲੀ ਮੈਂ ਫਿੱਟ ਹਾਂ, ਕਿਉਂਕਿ ਵਾਈਟ ਹਾਊਸ ਨੇ ਮੇਰੀ ਰਿਪੋਰਟ ਦਿੱਤੀ ਹੈ, ਡੋਨਲਡ ਟਰੰਪ ਦੀ ਰਿਪੋਰਟ ਪਬਲਿਕ ਦੇ ਵਿੱਚ ਨਹੀਂ ਹੈ। ਤਾਂ ਉਹ ਰਿਪੋਰਟ ਲੈ ਕੇ ਆਉਣ, ਪ੍ਰੂਵ ਕਰਨ ਕਿ ਮੈਂ ਮੈਡੀਕਲੀ ਬਿਲਕੁਲ ਫਿੱਟ ਹਾਂ ਵਾਈਟ ਹਾਊਸ ਦੀਆਂ ਰਿਸਪੌਂਸਿਬਿਲਿਟੀਜ਼ ਨਿਭਾਉਣ ਦੇ ਵਾਸਤੇ, ਪ੍ਰੈਜ਼ੀਡੈਂਟ ਆਫ ਅਮਰੀਕਾ ਬਣਨ ਵਾਸਤੇ, ਕਿਉਂਕਿ ਇਹ ਦੁਨੀਆ ਦੀ ਸਭ ਤੋਂ ਇੰਪੋਰਟੈਂਟ ਜੌਬ ਆ। ਇਹਦੇ ਵਾਸਤੇ ਤੁਸੀਂ ਜੇ ਕੁਆਲੀਫਾਈ ਕਰਦੇ ਹੋ ਤਾਂ ਤੁਹਾਨੂੰ ਆਪਣੀ ਹਰ ਚੀਜ਼ ਖੋਲ੍ਹ ਕੇ ਪਬਲਿਕ ਦੇ ਸਾਹਮਣੇ ਰੱਖਣੀ ਚਾਹੀਦੀ ਹੈ। ਇਹ ਇਸ਼ੂਜ਼ ਡਿਬੇਟਸ ਦੀਆਂ ਗੱਲਾਂ ਹੁੰਦੀਆਂ ਨੇ, ਔਰ ਕਮਲਾ ਹੈਰਿਸ ਚੈਲੰਜ ਕਰਦੇ ਨੇ ਸੈਕਿੰਡ ਟਾਈਮ ਡਿਬੇਟ ਦੇ ਵਾਸਤੇ, ਔਰ ਡੋਨਲਡ ਟਰੰਪ ਕਹਿੰਦੇ ਨੇ ਬਈ ਟਾਈਮ ਨਹੀਂ ਰਹਿ ਗਿਆ, ਸਮਾਂ ਨਹੀਂ ਰਹਿ ਗਿਆ, ਹੁਣ ਨਹੀਂ ਕਰ ਸਕਦੇ। ਔਰ ਜਿੱਥੇ ਤੱਕ ਅਸੀਂ ਕਹਾਂਗੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਵਾਸਤੇ ਇਸ ਰੇਸ ਵਿੱਚ ਹੈਗੇ ਨੇ, ਉਹ ਆਪਣੀਆਂ ਆਪਣੀਆਂ ਗੱਲਾਂ ਕਰਦੇ ਨੇ। ਉਹਨਾਂ ਦੀ ਵੀ ਡਿਬੇਟ ਹੋਈ। ਮਤਲਬ ਇਹ ਸੋਚਣ ਵਾਲੇ ਵੀ ਉਹ ਭਾਰੀ ਪਿਆ ਤੇ ਉਹ ਭਾਰੀ ਪਿਆ, ਉਹ ਭਾਰੀ ਪਿਆ ਕਿ ਉਹ ਭਾਰੀ ਪਿਆ, ਇਹ ਗੱਲਾਂ ਦਾ ਕੋਈ ਮਤਲਬ ਨਹੀਂ ਬਣਦਾ। ਇਹ ਤਾਂ ਇਲੈਕਸ਼ਨਸ ਦਾ ਰਿਜ਼ਲਟ ਦੱਸੇਗਾ ਕੌਣ ਭਾਰੀ ਪਿਆ ਤੇ ਕੌਣ ਭਾਰੀ ਨਹੀਂ ਪਿਆ। ਦੇਖੋ, ਜੋ ਵਿਨਰ ਹੈ, ਜੋ ਸੀਟ ਦੇ ਉੱਤੇ ਜੱਟ ਕੇ ਬੈਠ ਗਿਆ, ਉਹ ਬੈਠ ਗਿਆ, ਉਹ ਪਾਵਰ ਲੈ ਗਿਆ। ਹੁਣ ਉਹਨੂੰ ਕ੍ਰਿਟੀਸਾਈਜ਼ ਕਰੀ ਜਾਓ, ਕ੍ਰਿਟੀਸਾਈਜ਼ ਕਰੀ ਜਾਓ, ਚੋਂ ਨਿਕਲਣਾ ਕੀ? ਉਹ ਲੈ ਗਿਆ ਗੇਮ। ਜੋ ਵੀ ਬਣੇਗਾ ਪ੍ਰੈਜ਼ੀਡੈਂਟ ਆਫ ਅਮਰੀਕਾ, ਉਹ ਬਣ ਚੁੱਕਾ ਜਦੋਂ, ਤਾਂ ਉਸ ਤੋਂ ਬਾਅਦ ਉਹਨੂੰ ਕ੍ਰਿਟੀਸਾਈਜ਼ ਕਰਨ ਦਾ ਕੋਈ ਮਤਲਬ ਨਹੀਂ ਬਣਦਾ। ਬਾਕੀ ਰਿਹਾ ਉਹ ਜੋ ਫੈਸਲੇ ਲੈਂਦਾ ਹੈ, ਉਹ ਜੋ ਕੰਮ ਕਰਦਾ ਹੈ, ਉਹਦੇ ਕੰਮਾਂ ਦੇ ਵਿੱਚ ਅੜਿੱਕਾ ਪਾਉਣਾ, ਰੁਕਾਵਟ ਪਾਉਣੀ ਕਿ ਤੁਸੀਂ ਓਪੋਜੀਸ਼ਨ ਦੇ ਵਿੱਚ ਹੈਗੇ ਹੋ, ਇਹ ਉਸ ਤੋਂ ਵੀ ਮਾੜੀ ਗੱਲ ਹੈ। ਕਿਉਂਕਿ ਜੇ ਉਹ ਕੰਮ, ਉਹ ਫੈਸਲੇ ਅਮਰੀਕਾ ਵਾਸਤੇ ਬਿਹਤਰ ਨੇ,
ਤਾਂ ਫਿਰ ਤੁਸੀਂ ਉਹਦੇ ਵਿੱਚ ਅੜਿੱਕਾ ਕਿਉਂ ਪਾਉਂਦੇ ਪਏ ਹੋ? ਕਿਉਂਕਿ ਤੁਸੀਂ ਵੀ ਤਾਂ ਇਹ ਪ੍ਰੋਮਿਸ ਕਰਦੇ ਪਏ ਹੋ ਨਾ, ਮੈਂ ਬੈਟਰ ਫਿਊਚਰ ਵਾਸਤੇ ਅਮਰੀਕਾ ਦੇ ਕੰਮ ਕਰ ਰਿਹਾ। ਤੇ ਜਦੋਂ ਇੱਕ ਬੰਦਾ ਬੈਟਰ ਫਿਊਚਰ ਬਣਾਉਣ ਦੇ ਵਿੱਚ ਲੱਗ ਗਿਆ ਤੇ ਤੁਸੀਂ ਉਹਨੂੰ ਰੋਕਦੇ ਕਿਉਂ ਪਏ ਹੋ? ਕਿਉਂਕਿ ਉਹ ਤੁਹਾਡਾ ਓਪੋਨੈਂਟ ਹੈ, ਤੁਹਾਡਾ ਵਿਰੋਧੀ ਹੈ। ਇਸ ਕਰਕੇ ਗੇਮ ਉਹ ਨਾ ਲੈ ਜਾਵੇ ਔਰ ਹਮੇਸ਼ਾ ਵਾਸਤੇ ਉਹ ਨਾ ਕੁਰਸੀ ਦੀ ਪਾਵਰ ਦੇ ਉੱਤੇ ਜਾ ਕੇ ਬਹਿ ਜਾਵੇ, ਕਿਉਂਕਿ ਉਹਦੀ ਫਿਰ ਸਾਖ ਇੱਦਾਂ ਦੀ ਬਣ ਜਾਣੀ ਹੈ, ਉਹਦੀ ਇਮੇਜ ਇੱਦਾਂ ਦੀ ਬਣ ਜਾਣੀ ਹੈ ਕਿ ਇਹ ਤਾਂ ਟਰਬਲ ਸ਼ੂਟਰ ਹੈ ਜੀ, ਇਹ ਤਾਂ ਸਾਰੀਆਂ ਮੁਸੀਬਤਾਂ ਦਾ ਹੱਲ ਕਰ ਦਿੰਦਾ ਜੀ, ਸੰਕਟ ਮੋਚਨ। ਇਸ ਕਰਕੇ ਇਹਨੂੰ ਹੀ ਬਣੇ ਰਹਿਣ ਦਿਓ। ਇਸ ਤੋਂ ਬਾਅਦ ਇਹਦੇ ਉੱਤਰਾਧਿਕਾਰੀ ਹੋਣ ਜੋ ਇਸੇ ਲੀਗੇਸੀ ਨੂੰ ਲੈ ਕੇ ਚੱਲਣ ਔਰ ਇਸੇ ਪਰੰਪਰਾ ਨੂੰ ਲੈ ਕੇ ਚੱਲਣ। ਨੋ ਜੀ ਨਾ, ਇਹ ਨਹੀਂ ਬਣਨ ਦੇਣਾ। ਇਸ ਕਰਕੇ ਵਿਰੋਧ ਕਰਨਾ ਜ਼ਰੂਰੀ ਹੈ। ਤੇ ਫਿਰ ਕਿੱਥੇ ਗਏ ਉਹ ਪ੍ਰੋਮਿਸ ਜੋ ਅਮਰੀਕਾ ਦੇ ਬੈਟਰ ਫਿਊਚਰ ਵਾਸਤੇ ਤੁਸੀਂ ਕਰਦੇ ਪਏ ਸੀ? ਘੁੰਮ ਫਿਰ ਕੇ ਗੱਲ ਉੱਥੇ ਹੀ ਆ ਜਾਂਦੀ ਆ ਕਿ ਜਿਹੜੇ ਬਚਪਨ ਦੇ ਵਿੱਚ ਅਸੀਂ ਐਸੇ ਲਿਖਦੇ ਹੁੰਦੇ ਸੀ, ਜੇ ਮੈਂ ਪ੍ਰੈਜ਼ੀਡੈਂਟ ਆਫ ਅਮਰੀਕਾ ਹੁੰਦਾ ਤਾਂ ਕੀ ਹੁੰਦਾ। ਮਤਲਬ ਇੱਕ ਸਾਫ਼ ਸੁਥਰੀ ਗੇਮ ਤੋਂ ਅਸੀਂ ਕਿੱਧਰ ਆ ਗਏ ਹਾਂ। ਔਰ ਡੈਮੋਕ੍ਰੇਸੀ ਦੀ ਆਪਾਂ ਗੱਲ ਕਰੀਏ ਤਾਂ ਇਸ ਵਕਤ ਡੈਮੋਕ੍ਰੇਸੀ ਦਾ ਪੂਰੀ ਦੁਨੀਆ ਦੇ ਵਿੱਚ ਜੋ ਹਾਲ ਹੈ ਉਹ ਵੀ ਅਸੀਂ ਜਾਣਦੇ ਹਾਂ। ਅਤੇ ਅਮਰੀਕਾ ਦੀ ਧਰਤੀ ਦੇ ਉੱਤੇ ਜਿੱਥੇ ਮਾਡਰਨ ਡੈਮੋਕ੍ਰੇਸੀ ਸ਼ੁਰੂ ਹੁੰਦੀ ਹੈ ਉਹ ਵੀ ਅਸੀਂ ਜਾਣਦੇ ਹਾਂ ਕਿ ਉੱਥੇ ਕੀ ਹਾਲਾਤ ਹੋਏ ਹੋਏ ਨੇ। ਸੋ ਇਹਨਾਂ ਗੱਲਾਂ ਵੱਲ ਜੇ ਧਿਆਨ ਦਿੱਤਾ ਜਾਵੇ ਤਾਂ ਬਹੁਤ ਸਾਰੇ ਐਸੇ ਇਸ਼ੂਜ਼ ਨੇ ਜਿਨ੍ਹਾਂ ਦੇ ਉੱਤੇ ਅਸੀਂ ਸੋਚਦੇ ਵੀ ਹਾਂ ਅਤੇ ਜਿਨ੍ਹਾਂ ਦੇ ਉੱਤੇ ਅਸੀਂ ਸ਼ਰਮਿੰਦਾ ਵੀ ਹੁੰਦੇ ਹਾਂ ਕਿ ਅਸੀਂ ਉਹ ਵਿਚਾਰਧਾਰਾ ਨਹੀਂ ਰੱਖਦੇ ਜੋ ਸਾਨੂੰ ਰੱਖਣੀ ਚਾਹੀਦੀ ਹੈ। ਸੋ ਕਈ ਇਸ਼ੂਜ਼ ਨੇ ਇਹਦੇ ਵਿੱਚ, ਜਿੱਦਾਂ ਆਪਾਂ ਇਕੋਨਮੀ ਦੀ ਗੱਲ ਕਰਦੇ ਪਏ ਹਾਂ, ਜਿਸ ਤਰ੍ਹਾਂ ਆਪਾਂ ਡੈਮੋਕ੍ਰੇਸੀ ਦੀ ਗੱਲ ਕਰਦੇ ਪਏ ਹਾਂ, ਜਿਸ ਤਰ੍ਹਾਂ ਆਪਾਂ ਮਹਿੰਗਾਈ ਦੀ ਗੱਲ ਕਰਦੇ ਪਏ ਹਾਂ, ਜਿਸ ਤਰ੍ਹਾਂ ਆਪਾਂ ਟੈਕਸਿਸ ਦੀ ਗੱਲ ਕਰਦੇ ਪਏ ਹਾਂ, ਟ੍ਰੇਡ ਦੀ ਗੱਲ ਕਰਦੇ ਪਏ ਹਾਂ, ਫੋਰਨ ਪੋਲਿਸੀ ਦੀ ਗੱਲ ਕਰਦੇ ਪਏ ਹਾਂ, ਤਾਂ ਦੋਹਾਂ ਤਰ੍ਹਾਂ ਦੇ ਆਪਣੇ ਆਪਣੇ ਵਿਚਾਰ ਨੇ। ਔਰ ਇੱਕ ਜਿਹੜਾ ਮਾਮਲਾ ਬਹੁਤ ਭਖਿਆ ਸੀ, ਨੋ ਟੈਕਸ ਔਨ ਟਿਪਸ, ਖੈਰ ਉਹ ਕਿਤੇ ਕਾਮਨ ਹੈ। ਡੋਨਲਡ ਟਰੰਪ ਜੋ ਕਹਿੰਦੇ ਨੇ ਤਾਂ ਫਿਰ ਕਮਲਾ ਹੈਰਿਸ ਵੀ ਇਤਫਾਕ ਰੱਖਦੇ ਨੇ ਕਿ ਜਿਹੜੀਆਂ ਟਿਪਸ ਮਿਲਦੀਆਂ ਨੇ ਕੰਮ ਕਰਨ ਦੇ ਬਦਲੇ ਵਰਕਰਸ ਨੂੰ, ਕੋਈ ਖੁਸ਼ ਹੋ ਕੇ ਪੈਸੇ ਦੇ ਦਿੰਦੇ ਨੇ, ਉਹਨਾਂ ਟਿਪਸ ਦੇ ਉੱਤੇ ਕੋਈ ਟੈਕਸ ਨਹੀਂ ਹੋਣਾ ਚਾਹੀਦਾ। ਤਾਂ ਇੱਥੇ ਕਿਤੇ ਨਾ ਕਿਤੇ ਕੁਝ ਚੀਜ਼ਾਂ ਕਾਮਨ ਵੀ ਹੋ ਜਾਂਦੀਆਂ ਨੇ, ਪਰ ਇੱਕ ਚੀਜ਼ ਤਾਂ ਕਾਮਨ ਹੈ ਹੀ ਆ ਸਭ ਦੇ ਵਿੱਚ, ਸਾਰੇ ਸਿਟੀਜ਼ਨਸ ਦੇ ਵਿੱਚ ਔਰ ਸਾਰੀਆਂ ਪੋਲੀਟੀਕਲ ਪਾਰਟੀਜ਼ ਦੇ ਵਿੱਚ, ਕਿ ਫॉर द ਬੈਟਰਮੈਂਟ ਆਫ ਆਰ ਕੰਟਰੀ, ਆਪਣੇ ਦੇਸ਼ ਦੇ ਖੁਸ਼ਹਾਲ ਭਵਿੱਖ ਵਾਸਤੇ ਕੰਮ ਕਰਨਾ ਜ਼ਰੂਰੀ ਹੈ। ਚਾਹੇ ਉਹ ਫੋਰਨ ਪੋਲਿਸੀ ਹੋਵੇ, ਚਾਹੇ ਉਹ ਡੋਮੈਸਟਿਕ ਪੋਲਿਸੀ ਹੋਵੇ, ਇਹਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਇਹ ਹੈ ਏਕਾ ਹੋਣਾ। ਐਬੋਰਸ਼ਨ ਦਾ ਰਾਈਟ ਹੈ, ਮਤਲਬ ਹੁਣ ਐਬੋਰਸ਼ਨ ਦਾ ਰਾਈਟ ਹੈ, ਹੁਣ ਇਹ ਸਹੀ ਹੈ ਜਾਂ ਗਲਤ ਹੈ, ਇਹਦੇ ਕਈ ਪੁਆਇੰਟਸ ਨੇ। ਸੋਸ਼ਲੀ ਕਿਸ ਨੂੰ ਐਕਸੈਪਟ ਕਰੋਗੇ, ਮੈਡੀਕਲ ਪੁਆਇੰਟ ਆਫ ਵਿਊ ਨਾਲ ਕਿਸ ਨੂੰ ਐਕਸੈਪਟ ਕਰੋਗੇ। ਕਈ ਵਾਰੀ ਕੰਪਲਸ਼ਨ ਹੋ ਜਾਂਦੀ ਹੈ, ਡਿਵੋਰਸ ਐਬੋਰਸ਼ਨ ਹੋਣਾ, ਹਾਂ ਡਿਵੋਰਸ ਦੀ ਵੀ ਇੱਕ ਗੱਲ ਹੈ, ਉਹ ਵੀ ਕੰਪਲਸ਼ਨ ਹੋ ਜਾਂਦੀ ਹੈ। ਬਟ ਵੀ ਆਰ ਔਨ ਐਬੋਰਸ਼ਨ ਇਸ਼ੂ, ਮਾਈ ਬੋਡੀ ਮਾਈ ਰਾਈਟ। ਸੋ ਕਈ ਵਾਰ ਇਹ ਕੰਪਲਸ਼ਨ ਹੋ ਜਾਂਦੀ ਹੈ ਮੈਡੀਕਲ ਪੁਆਇੰਟ ਆਫ ਵਿਊ ਨਾਲ, ਕਈ ਰਿਲੀਜੀਅਸ ਪੁਆਇੰਟ ਆਫ ਵਿਊ ਨਾਲ ਇਸ ਮੈਟਰ ਨੂੰ ਦੇਖਦੇ ਨੇ, ਔਰ ਕਈ ਥਾਂ ਦੇ ਉੱਤੇ ਇਸ ਨੂੰ ਸੋਸ਼ਲ ਪੁਆਇੰਟ ਆਫ ਵਿਊ ਨਾਲ ਵੀ ਦੇਖਿਆ ਜਾਂਦਾ ਹੈ। ਸੋ ਇਹ ਤਰ੍ਹਾਂ ਦੇ ਐਂਗਲਸ ਨੇ, ਜਿਸ ਮਰਜ਼ੀ ਐਂਗਲ ਤੋਂ ਜਿਹਨੂੰ ਲੈ ਲਵੋ, ਇਟਸ ਡਿਫਰੈਂਟ। ਵੋਟਿੰਗ ਰਾਈਟਸ, ਦੇਖੋ ਗੱਲ ਇਹ ਆ ਕਿ ਮੁੱਦੇ ਇੰਨੇ ਨੇ ਕਿ ਕੁਝ ਇੱਕ ਆਪਾਂ ਗਿਣ ਵੀ ਸਕਦੇ ਹਾਂ। ਵੋਟਿੰਗ ਰਾਈਟਸ ਕੇ ਜਿਹੜੇ ਰਜਿਸਟਰਡ ਵੋਟਰਸ ਨੇ, ਅਨਰਜਿਸਟਰਡ ਵੋਟਰਸ ਨੇ, ਉਹਨਾਂ ਦੀਆਂ ਗੱਲਾਂ ਕਰ ਸਕਦੇ ਹਾਂ। ਜਿੰਨੀਆਂ ਮਰਜ਼ੀ ਗੱਲਾਂ ਕਰੋ, ਇਮੀਗ੍ਰੇਸ਼ਨ ਰਿਫਾਰਮ ਦੀ ਗੱਲ ਕਰੋ, ਜੋ ਮਰਜ਼ੀਆਂ ਗੱਲਾਂ ਕਰੋ, ਮੇਨ ਚੀਜ਼ ਇਹ ਹੈ ਕਿ ਤੁਸੀਂ ਪ੍ਰੋਬਲਮ ਨੂੰ ਫਿਕਸ ਕਰਨਾ ਚਾਹੁੰਦੇ ਹੋ, ਪ੍ਰੋਬਲਮ ਨੂੰ ਹੱਲ ਕਰਨਾ ਚਾਹੁੰਦੇ ਹੋ, ਜਾਂ ਪ੍ਰੋਬਲਮ ਨੂੰ ਵਧਾ ਕੇ ਰੱਖਣਾ ਚਾਹੁੰਦੇ ਹੋ, ਪ੍ਰੋਬਲਮ ਦੇ ਆਲੇ ਦੁਆਲੇ ਆਪਣੀ ਰਾਜਨੀਤੀ ਬੁਣਨਾ ਚਾਹੁੰਦੇ ਹੋ, ਔਰ ਉਸ ਦੇ ਬੇਸ ਦੇ ਉੱਤੇ ਆਪਣਾ ਵੋਟ ਬੈਂਕ ਖੜਾ ਕਰਨਾ ਚਾਹੁੰਦੇ ਹੋ, ਆਪਣੇ ਵੋਟਰਸ ਨੂੰ ਇਮੋਸ਼ਨਲੀ ਚਾਰਜ ਕਰਕੇ। ਪਰ ਉਹਦਾ ਨਤੀਜਾ ਕੀ ਹੋਏਗਾ ਜੇ ਤੁਸੀਂ ਇਸ ਕੌਸ ਦੇ ਉੱਤੇ ਕਿ ਜ਼ਹਿਰ ਭਰ ਦਿਓ ਸੋਸਾਇਟੀ ਦੇ ਵਿੱਚ, ਕੋਈ ਗੱਲ ਨਹੀਂ, ਮੈਂ ਬਣਨਾ ਚਾਹੀਦਾ, ਮੈਂ ਪਾਵਰ 'ਚ ਆਉਣਾ ਚਾਹੀਦਾ। ਦੈਟ ਇਜ਼ ਵੈਰੀ ਮੱਚ ਰੋਂਗ, ਕਿਉਂਕਿ ਅੱਜ ਅਸੀਂ ਹੈਗੇ ਹਾਂ, ਕੱਲ੍ਹ ਅਸੀਂ ਨਹੀਂ ਰਹਿਣਾ, ਪਰ ਸਮਾਜ ਨੇ ਰਹਿਣਾ, ਦੇਸ਼ ਨੇ ਰਹਿਣਾ। ਕਿਤੇ ਨਾ ਕਿਤੇ ਕਮਲਾ ਹੈਰਿਸ ਡੋਨਲਡ ਟਰੰਪ ਦੇ ਉੱਤੇ ਇਹ ਇਲਜ਼ਾਮ ਲਾਉਂਦੇ ਨੇ ਕਿ ਡੋਨਲਡ ਟਰੰਪ ਸਿਰਫ ਆਪਣੇ ਬਾਰੇ ਸੋਚਦੇ ਨੇ, ਦੇਸ਼ ਬਾਰੇ ਨਹੀਂ ਸੋਚਦੇ। ਇੱਦਾਂ ਦੀਆਂ ਗੱਲਾਂ ਵੀ ਕੀਤੀਆਂ ਜਾਂਦੀਆਂ ਨੇ। ਸੋ ਅਗਰ ਇਸੇ ਹੀ ਕੰਟੈਕਸਟ ਦੇ ਵਿੱਚ ਅਸੀਂ ਦੇਖੀਏ ਤਾਂ ਪੂਰੀ ਦੁਨੀਆ ਦੇ ਹਾਲਾਤ ਇੱਥੇ ਹੀ ਨੇ। ਇਹ ਜਿਹੜਾ ਆਪਣੇ ਆਪ ਨੂੰ ਬਣਾਉਣ ਦਾ ਲਾਲਚ ਹੈ ਨਾ, ਇਹ ਹਰ ਸਮੱਸਿਆ ਦੀ ਜੜ੍ਹ 'ਚ ਬੈਠਾ ਹੋਇਆ। ਜੇ USA ਦੀ ਆਪਾਂ ਗੱਲ ਕਰਦੇ ਹਾਂ, USA ਦੇ ਵਿੱਚ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਤਾਂ ਇੱਥੇ ਵੀ ਹਿਊਮਨ ਸਾਈਕੀ ਹੈ। ਇੱਦਾਂ ਦੇ ਲੋਕਾਂ ਦੀ ਕਮੀ ਨਹੀਂ ਹੈ ਜਿਹੜੇ ਸਿਰਫ ਆਪਣਾ ਫਾਇਦਾ ਸੋਚਦੇ ਨੇ।
ਪਤਾ ਨਹੀਂ ਕੀ ਪਾਪੜ ਵੇਲਦੇ ਨੇ, ਪਤਾ ਨਹੀਂ ਕੀ ਕੰਮ ਕਰਦੇ ਨੇ ਇੱਕ ਵੱਡੀ ਪੋਜੀਸ਼ਨ ਤੇ ਜਾਣ ਵਾਸਤੇ, ਕਿੱਥੇ ਨੈਟਵਰਕ ਬਣਾਉਂਦੇ ਨੇ, ਸਾਰਾ ਦਿਨ ਇਹੀ ਸੋਚਦੇ ਰਹਿੰਦੇ ਨੇ, ਸਾਰਾ ਦਿਨ ਇਹੀ ਪਲੈਨਿੰਗ ਕਰਦੇ ਰਹਿੰਦੇ ਨੇ, ਦੂਜੇ ਨੂੰ ਪਿੱਛੇ ਕਰਕੇ ਜਾਂ ਦੂਜੇ ਦੇ ਸਿਰ ਦੇ ਉੱਤੇ ਪੈਰ ਰੱਖ ਕੇ ਕਿੱਦਾਂ ਉੱਤੇ ਉੱਠਾਂ, ਕਿੱਦਾਂ ਮੈਂ ਇਸ ਪੋਜੀਸ਼ਨ ਤੇ ਪਹੁੰਚ ਜਾਵਾਂ, ਦੂਜਾ ਮਰਦਾ ਮਰ ਜਾਏ, ਮੈਂ ਕੀ ਲੈਣਾ ਦੇਣਾ, ਮੈਂ ਤੇ ਪਹੁੰਚਾਂ, ਮੈਂ ਤੇ ਬਣਾ, ਹਿਸਟਰੀ ਵਿੱਚ ਮੇਰਾ ਨਾਂ ਤੇ ਆ ਜਾਵੇ ਕਿ ਇਹ ਬੰਦਾ ਬੱਲੇ ਬੱਲੇ, ਆਉਣ ਵਾਲੀਆਂ ਜਨਰੇਸ਼ਨਸ ਮੈਨੂੰ ਯਾਦ ਰੱਖਣ। ਤਮਾਮ ਤਰ੍ਹਾਂ ਦੀ ਸੋਚ ਹੈ, ਸਕਸੈਸ ਐਟ ਐਨੀ ਕੋਸਟ। ਔਰ ਇਸੇ ਸੋਚ ਨੂੰ ਆਪਾਂ ਜੇ ਲੈ ਕੇ ਚੱਲੀਏ ਤਾਂ ਪਹੁੰਚ ਜਾਂਦੇ ਹਾਂ ਯੂਕਰੇਨ ਤੇ ਰਸ਼ੀਆ ਦੇ ਯੁੱਧ ਦੇ ਉੱਤੇ। ਉੱਥੇ ਵੀ ਇਹੀ ਕੁਛ ਹੈ, ਈਗੋ। ਜੇ ਆਪਾਂ ਇਜ਼ਰਾਈਲ, ਗਾਜ਼ਾ, ਲੈਬਨਾਨ ਤੇ ਪਹੁੰਚੀਏ, ਉੱਥੇ ਵੀ ਇਹੀ ਗੱਲ ਹੈ, ਈਗੋ। ਮਤਲਬ ਕਿਸ ਵਾਸਤੇ ਲੜਦੇ ਪਏ ਆ, ਮੁੱਦੇ ਕੀ ਨੇ? ਮੁੱਦੇ ਕੁਝ ਹੈ ਹੀ ਨਹੀਂ। ਮੁੱਦੇ ਇਹ ਨੇ ਕਿ ਕਨਫਿਊਜ਼ਨਸ ਨੇ, ਜਿਹੜੇ ਕਨਫਿਊਜ਼ਨ ਬੈਠ ਕੇ ਦੂਰ ਹੋ ਸਕਦੇ ਨੇ। ਐਗਜ਼ਾਮਪਲ, ਘਰਾਂ ਦੇ ਵਿੱਚ ਲੜਾਈਆਂ ਹੁੰਦੀਆਂ ਨੇ ਆਪਸ ਦੇ ਵਿੱਚ, ਆਪਾਂ ਇਹ ਸਾਰੀਆਂ ਗੱਲਾਂ ਬੇਬੇ ਜੀ ਤੇ ਬਾਪੂ ਜੀ ਨਾਲ ਬਹਿ ਕੇ ਕਰਦੇ ਪਏ ਹਾਂ, ਉਸੇ ਹੀ ਕੰਟੈਕਸਟ ਦੇ ਵਿੱਚ, ਕਿਉਂਕਿ ਪੂਰਾ ਦੇਸ਼ ਵੀ ਇੱਕ ਪਰਿਵਾਰ ਹੈ। ਅੱਜ ਸੰਡੇ ਹੈ, ਸੰਡੇ ਦਾ ਇਹੀ ਲੁਤਫ ਹੈ ਕਿ ਪੂਰੀ ਫੈਮਿਲੀ ਇਕੱਠੀ ਬੈਠ ਕੇ ਗੱਲਾਂ ਬਾਤਾਂ ਕਰਦੀ ਪਈ ਹੈ। ਪੂਰੀ ਦੁਨੀਆ ਦਾ ਇਹੀ ਹੈ, ਪੂਰੀ ਦੁਨੀਆ ਵੀ ਇੱਕ ਪਰਿਵਾਰ ਹੈ, ਦੇਸ਼ ਵੀ ਇੱਕ ਪਰਿਵਾਰ ਹੈ, ਸਾਡਾ ਪਰਿਵਾਰ ਵੀ ਆਪਣਾ ਪਰਿਵਾਰ ਹੈ। ਕਈ ਮੁੱਦੇ ਇਕੱਠੇ ਹੋ ਜਾਂਦੇ ਨੇ, ਖੜੇ ਹੋ ਜਾਂਦੇ ਨੇ ਇੱਦਾਂ ਦੇ ਮੁੱਦੇ ਕਿ ਆਪਸ ਦੇ ਵਿੱਚ ਮਿਸਅੰਡਰਸਟੈਂਡਿੰਗ ਹੋ ਜਾਂਦੀ ਹੈ, ਤਾਂ ਬੈਠ ਕੇ ਉਹਨੂੰ ਸੁਲਝਾ ਲਵੋ। ਡਾਂਗਾ ਸੋਟੇ ਥੋੜ੍ਹਾ ਚੁੱਕ ਲੈਣੇ ਨੇ, ਕੋਰਟ ਦੇ ਵਿੱਚ ਥੋੜ੍ਹਾ ਧੱਕੇ ਖਾਣੇ ਨੇ, ਕੋਰਟਾਂ ਦੇ ਵਿੱਚ ਕੇਸ ਕਰੋ ਇੱਕ ਦੂਜੇ ਦੇ ਖਿਲਾਫ। ਲਾਈਕਵਾਈਜ਼ ਆਪਾਂ ਗੱਲਾਂ ਦੇ ਵਿੱਚ ਡਿਵੋਰਸ ਨੂੰ ਛੇੜਿਆ ਸੀ, ਤਾਂ ਡਿਵੋਰਸ ਦਾ ਵੀ ਇਸ਼ੂ ਇਹੀ ਹੈ, ਬੈਠ ਕੇ ਗੱਲਾਂ ਬਾਤਾਂ ਕਰ ਲਵੋ ਯਾਰ। ਤੂੰ ਇੱਕ ਡਿਫਰੈਂਟ ਪਰਸਨ ਹੈ, ਤੂੰ ਇੱਕ ਡਿਫਰੈਂਟ ਪਰਸਨ ਹੈ, ਦੋਵਾਂ ਨੇ ਮਿਲ ਕੇ ਇਕੱਠੇ ਇੱਕ ਜ਼ਿੰਦਗੀ ਬਿਤਾਉਣ ਦਾ ਫੈਸਲਾ ਕੀਤਾ, ਤਾਂ ਫਿਰ ਤੂੰ ਵੀ ਬਦਲੇਗਾ ਤੇ ਉਹ ਵੀ ਬਦਲੇਗਾ। ਕੁਝ ਨਾ ਕੁਝ ਤੇ ਤੁਹਾਨੂੰ ਮਿਲ ਕੇ ਇੱਕ ਦੂਜੇ ਨੂੰ ਬਦਲ ਕੇ ਇਕੱਠੇ ਤੁਰਨਾ ਹੀ ਪੈਣਾ ਹੈ ਨਾ। ਮੇਰੀ ਪਾਰਟੀ ਜ਼ਿੰਦਾਬਾਦ ਉਸ ਤਰੀਕੇ ਨਾਲ ਤਾਂ ਨਹੀਂ ਨਾ ਚੱਲਣਾ। ਕੁਝ ਸੁਣੋਗੇ ਵੀ, ਕੁਝ ਸੁਣਾਓਗੇ ਵੀ, ਕੁਝ ਮੰਨੋਗੇ ਵੀ, ਕੁਝ ਮਨਾਓਗੇ ਵੀ, ਇੱਦਾਂ ਹੀ ਚੱਲੇਗਾ। ਔਰ ਐਵੇਂ ਹੀ ਦੇਸ਼ਾਂ ਦਾ, ਚਾਹੇ ਵਪਾਰ ਦਾ ਹੋਵੇ, ਚਾਹੇ ਪੋਲੀਟੀਕਲ ਟਾਈ ਅਪਸ ਹੋਣ, ਚਾਹੇ ਆਰਮੀ ਟਾਈ ਅਪਸ ਹੋਣ, ਐਨੀਥਿੰਗ, ਉਹਦੇ ਵਿੱਚ ਵੀ ਹੈ, ਕੁਝ ਸੁਣੋ, ਕੁਝ ਸੁਣਾਓ, ਕੁਝ ਮੰਨੋ, ਕੁਝ ਮਨਾਓ, ਇਕੱਠੇ ਮਿਲ ਕੇ ਚੱਲੋ। ਤਾਂ ਹਰ ਥਾਂ ਦੇ ਉੱਤੇ ਐਡਜਸਟਮੈਂਟਸ ਨੇ। ਆਪਣੀ ਸਾਖ ਨੂੰ ਵੀ ਕਾਇਮ ਰੱਖਣਾ ਹੈ, ਦੂਜੇ ਦੀ ਸਾਖ ਨੂੰ ਵੀ ਕਾਇਮ ਰੱਖਣਾ ਹੈ, ਤੇ ਨਾਲ ਕੰਮ ਵੀ ਕਰਨਾ ਹੈ ਬਿਨਾਂ ਲੜਾਈ ਝਗੜੇ ਤੋਂ, ਐਂਡ ਸਮਾਰਟਲੀ। ਇਟ ਹੈਪਨਸ। ਸਭ ਕੁਝ ਮੈਨੂੰ ਨਹੀਂ ਆਉਂਦਾ, ਸਭ ਕੁਝ ਤੁਹਾਨੂੰ ਨਹੀਂ ਆਉਂਦਾ, ਦੋਵਾਂ ਨੂੰ ਮਿਲ ਕੇ ਜੋ ਆਉਂਦਾ ਹੈ ਇਕੱਠਾ ਮਿਲ ਕੇ ਉਹਦੇ ਉੱਤੇ ਕੰਮ ਕਰ ਲੈਂਦੇ ਆ। ਨਾਟ ਮਾਈ ਵੇ, ਨਾਟ ਯੋਰ ਵੇ, ਬਟ ਦੀ ਰਾਈਟ ਵੇ। ਇਹੀ ਤਾਂ ਚੀਜ਼ ਆ, ਔਰ ਇਹੀ ਝਗੜੇ ਨੇ ਅਸੀਂ ਜੇ ਦੇਖੀਏ। ਸੋ ਇਹਨਾਂ ਸਭ ਚੀਜ਼ਾਂ ਨੂੰ ਕੋਖਣਾ ਪਏਗਾ। ਔਰ ਬਾਕੀ ਤੇ ਫਿਰ ਗੱਲਾਂ ਨੇ, ਪੈਨਸਿਲਵੇਨੀਆ ਦੇ ਵਿੱਚ ਕੀ ਹੁੰਦਾ ਪਿਆ ਹੈ, ਉਹ ਸਟੇਟ ਕਿਹੜੀ ਸਵਿੰਗ ਸਟੇਟ ਆ, ਫਲਾਣੀ ਸਟੇਟ ਕਿਹੜੀ ਸਵਿੰਗ ਸਟੇਟ ਆ, ਬਲੈਕ ਵੋਟਰਸ ਕੀ ਸੋਚਦੇ ਨੇ, ਲੈਟਿਨੋਸ ਕੀ ਸੋਚਦੇ ਨੇ, ਤਮਾਮ ਗੱਲਾਂ ਨੇ। ਔਰ ਇਸ ਵਕਤ ਇਹ ਸਭ ਅੰਦਾਜ਼ੇ ਨੇ। ਨਵੰਬਰ 5 ਨੂੰ ਪਤਾ ਲੱਗੂਗਾ ਕਿ ਰਿਜ਼ਲਟ ਕੀ ਆਇਆ, ਔਰ ਉਦੋਂ ਵੀ ਨਹੀਂ ਇਹ ਪਤਾ ਲੱਗਣਾ ਕੌਣ ਕੀ ਸੋਚਦਾ, ਕਿਹੜਾ ਕਿੱਧਰ ਵੋਟ ਪਾ ਜਾਂਦਾ ਹੈ, ਕੀ ਕਰ ਜਾਂਦਾ। ਬਸ ਉਦੋਂ ਇੱਕ ਰਿਜ਼ਲਟ ਆਉਣਾ, ਔਰ ਇਹ ਸਾਰੀਆਂ ਗੱਲਾਂ ਪਿੱਛੇ ਰਹਿ ਜਾਣੀਆਂ ਨੇ ਜਿਹੜੀਆਂ ਇਸ ਵਕਤ ਹੋ ਰਹੀਆਂ ਨੇ, ਡਿਸਕਸ਼ਨ, ਵਿਸ਼ਲੇਸ਼ਣ, ਸਭ ਪਿੱਛੇ ਰਹਿ ਜਾਣੇ ਨੇ। ਗੱਲ ਇੱਥੇ ਆਉਣੀ ਹੈ ਵੀ ਜਿੱਤਿਆ ਕੌਣ ਤੇ ਹਾਰਿਆ ਕੌਣ। ਤੇ ਫਿਰ ਪਾਰਟੀਆਂ ਅਨਾਊਂਸ ਕਰਨਗੀਆਂ ਜਿਹੜੀਆਂ ਹਾਰਨ ਵਾਲੀਆਂ ਹੋਣਗੀਆਂ। ਅਸੀਂ ਸੈਲਫ ਇੰਟਰੋਸਪੈਕਸ਼ਨ ਕਰਾਂਗੇ, ਕਿਹੜੇ ਕਿਹੜੇ ਕਾਰਨਾਂ ਕਰਕੇ ਅਸੀਂ ਹਾਰੇ ਹਾਂ, ਉਹਨਾਂ ਉੱਤੇ ਵਰਕ ਕਰਾਂਗੇ ਤਾਂ ਕਿ ਅੱਗੇ ਅਸੀਂ ਇੱਕ ਬੈਟਰ ਫਿਊਚਰ ਵਾਸਤੇ ਕੰਮ ਕਰ ਸਕੀਏ। ਔਰ ਅਸੀਂ ਆਪਣੇ ਵਿਰੋਧੀਆਂ ਦੇ ਉੱਤੇ ਪੂਰੀ ਨਜ਼ਰ ਰੱਖਾਂਗੇ ਕਿ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਸਾਂਭੀ ਗਈ ਹੈ ਉਹ ਪੂਰੀ ਤਰ੍ਹਾਂ ਨਿਭਾ ਰਹੇ ਨੇ ਕਿ ਨਹੀਂ ਨਿਭਾ ਰਹੇ। ਅਸੀਂ ਉਹਨਾਂ ਦੀ ਹਰ ਚਾਲ ਦੇ ਉੱਤੇ ਨਜ਼ਰ ਰੱਖਾਂਗੇ, ਤੇ ਜਿੱਥੇ ਉਹ ਗਲਤ ਹੋਣਗੇ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ। ਤਮਾਮ ਤਰ੍ਹਾਂ ਦੀਆਂ ਗੱਲਾਂ, ਉਹੀ ਘੁੰਮ ਫਿਰ ਕੇ ਉਹੀ ਗੱਲਾਂ। ਮੇਨ ਗੱਲ ਇੱਥੇ ਆਉਂਦੀ ਆ ਕਿ ਜਿਹੜਾ ਉਹ ਬਚਪਨ ਦਾ ਲਿਖਿਆ ਹੋਇਆ ਐਸੇ ਹੈ, ਯੂਕਰੇਨ ਦੇ ਵਿੱਚ ਵੀ ਲਿਖਿਆ ਜਾਣਾ ਹੁੰਦਾ, ਇਜ਼ਰਾਈਲ ਦੇ ਵਿੱਚ ਵੀ ਲਿਖਿਆ ਜਾਣਾ ਹੁੰਦਾ। ਹਰ ਥਾਂ ਦੇ ਉੱਤੇ ਬੱਚਿਆਂ ਨੂੰ ਸਿਲੇਬਸ ਦੇ ਵਿੱਚ ਇੱਦਾਂ ਦੇ ਐਸੇ ਆਉਂਦੇ ਨੇ। ਕਾਮਨ ਜੀ ਗੱਲ ਹੈ ਕਿ ਜੇ ਤੂੰ ਪ੍ਰਾਈਮ ਮਿਨਿਸਟਰ ਹੁੰਦਾ, ਤੂੰ ਪ੍ਰੈਜ਼ੀਡੈਂਟ ਹੁੰਦਾ, ਤਾਂ ਤੂੰ ਕੀ ਕਰਦਾ। ਹੁਣ ਹਰ ਥਾਂ ਦੇ ਉੱਤੇ ਰਿਜ਼ਲਟ ਤਾਂ ਆਹ ਨੇ, ਜੋ ਐਕਟਿਵ ਰਾਜਨੀਤੀ ਹੈ ਉਹਦੇ ਵਿੱਚ ਤੇ ਆਹ ਕੁਝ ਹੋ ਰਿਹਾ। ਪਰ ਪ੍ਰੈਕਟੀਕਲ ਜੋ ਹੋ ਰਿਹਾ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਹ ਜਿਹੜੀਆਂ ਸਾਰੀਆਂ ਗੱਲਾਂ ਕਿਤਾਬਾਂ ਦੇ ਵਿੱਚ ਸਾਨੂੰ ਪੜ੍ਹਾਈਆਂ ਜਾਂਦੀਆਂ, ਜੋ ਅਸੀਂ ਐਸੇ ਦੇ ਵਿੱਚ ਲਿਖਦੇ ਹਾਂ, ਹਿਊਮਨ ਰਾਈਟਸ, ਉਹ ਕਿੱਥੇ ਨੇ? ਹਿਊਮਨ ਲਾਈਫ ਮੈਟਰਸ, ਉਹ ਕਿੱਥੇ ਹੈ? ਫੇਅਰ ਐਂਡ ਫ੍ਰੀ ਇਲੈਕਸ਼ਨਸ, ਸੋਚਣਾ ਪਏਗਾ। ਬਿਜ਼ਨਸ, ਇੱਕ ਕਮਜ਼ੋਰ ਦੇਸ਼, ਇੱਕ ਤਾਕਤਵਰ ਦੇਸ਼, ਦੋਵੇਂ ਆਪਸ ਦੇ ਵਿੱਚ ਕਿੱਦਾਂ ਡੀਲ ਕਰਨ। ਤਾਕਤਵਰ ਦੇਸ਼ ਕਮਜ਼ੋਰ ਦੇਸ਼ ਨੂੰ ਕਿੱਦਾਂ ਬਚਾਵੇ। ਮਾਰਕੀਟ ਦੇ ਵਿੱਚ ਸਿਰਫ ਉਹੀ ਠਹਿਰ ਸਕਦਾ, ਸਿਰਫ ਉਹੀ ਕੰਮ ਕਰ ਸਕਦਾ ਜਿਹੜਾ ਤਾਕਤਵਰ ਹੈ, ਪਰ ਨਹੀਂ,
ਕਮਜ਼ੋਰ ਨੂੰ ਇੰਨਾ ਤਾਕਤਵਰ ਬਣਾਓ ਕਿ ਉਹ ਮਾਰਕੀਟ ਦੇ ਵਿੱਚ ਠਹਿਰ ਸਕੇ, ਮਾਰਕੀਟ ਦੇ ਵਿੱਚ ਕੰਮ ਕਰ ਸਕੇ। ਇਹ तमाम ਗੱਲਾਂ ਤਾਂ ਹੀ ਇਕਨੋਮੀ ਚੱਲੇਗੀ, ਨਹੀਂ ਤਾਂ ਇੱਕ ਵੱਡਾ ਦੇਸ਼, ਇੱਕ ਮਜ਼ਬੂਤ ਦੇਸ਼ ਦੂਸਰੇ ਨੂੰ ਖਾ ਜਾਏਗਾ। ਔਰ ਇਹੀ ਝਗੜਾ ਪਿਆ ਹੋਇਆ ਡਾਲਰਸ ਨੂੰ ਲੈ ਕੇ। ਅਮਰੀਕਨ ਡਾਲਰ, ਉਹਦਾ ਫਿਊਚਰ ਕੀ ਹੈ? ਬ੍ਰਿਕਸ ਕੰਟਰੀਜ਼ ਕਹਿੰਦੀਆਂ ਨੇ ਕਿ ਅਸੀਂ ਆਪਣੇ ਕਰੰਸੀ ਦੇ ਵਿੱਚ ਡੀਲ ਕਰਨਾ ਚਾਹੁੰਦੇ ਹਾਂ, ਔਰ ਡੋਨਲਡ ਟਰੰਪ ਕਹਿੰਦੇ ਨੇ ਕਿ ਜੇ ਤੁਸੀਂ ਇੱਦਾਂ ਕੀਤਾ ਤਾਂ ਜਿਹੜੀ ਕੰਟਰੀ ਕਰੇਗੀ ਉਹਦੇ ਉੱਤੇ ਮੈਂ 100% ਟੈਰਿਫਸ ਲਗਾਵਾਂਗਾ। ਉਹਨਾਂ ਦਾ ਜਿਹੜਾ ਮਾਲ ਆਏਗਾ ਜਾਏਗਾ 100% ਟੈਰਿਫਸ, ਕਿਉਂਕਿ ਡਾਲਰ ਸਿਓਰਿਟੀ ਦਿੰਦਾ ਹੈ ਪੂਰੀ ਇਕਨੋਮੀ ਦੀ, ਪੂਰੀ ਦੁਨੀਆ ਦੀ ਇਕਨੋਮੀ ਦੀ ਸਟੇਬਿਲਿਟੀ ਦੀ। ਡੋਨਲਡ ਟਰੰਪ ਦਾ ਇਹ ਵਿਜ਼ਨ ਹੈ, ਠੀਕ ਆ, ਕਿਉਂਕਿ ਇੰਨੇ ਸਾਲਾਂ ਤੋਂ ਜੇ ਰੂਲ ਕਰ ਰਿਹਾ ਹੈ ਇਹ ਕਰੰਸੀ, ਤਾਂ ਉਹਦਾ ਪਿੱਛੇ ਕੋਈ ਕਾਰਨ ਹੈ, ਸਟਰੋਂਗ ਹੈ, ਅਮਰੀਕਨ ਇਕਨੋਮੀ ਸਟਰੋਂਗ ਹੈ। ਹਾਂ, ਪਰ ਜੇ ਵਰਲਡ ਦੇ ਪੂਰੇ ਕੰਟੈਕਸਟ ਵਿੱਚ ਦੇਖੀ ਜਾਏ ਤੇ ਆਫਟਰ ਵਾਇਰਸ 19 ਸਭ ਹਿੱਲਿਆ, ਕਾਫੀ ਕਵਰ ਅਪ ਵੀ ਹੋਇਆ। ਐਕਸਪਰਟਸ ਕਹਿੰਦੇ ਨੇ ਕਿ ਇਸ ਵਕਤ ਥੋੜਾ ਸਲੋ ਡਾਊਨ ਹੋ ਸਕਦਾ। ਇਸੇ ਕਰਕੇ ਹੀ ਨਾ ਰਿਪਬਲਿਕਨਸ ਕੋਈ ਪ੍ਰੋਮਿਸ ਕਰ ਰਹੇ ਨੇ, ਨਾ ਡੈਮੋਕ੍ਰੇਟਸ ਕੋਈ ਪ੍ਰੋਮਿਸ ਕਰ ਰਹੇ ਨੇ ਇਕਨੋਮੀ ਦੇ ਫਰੰਟ ਦੇ ਉੱਤੇ। ਔਰ ਇੱਧਰ ਜਿਹੜੀ ਯੁੱਧਾਂ ਦੀ ਸਥਿਤੀ ਹੈ, ਇਹ ਦੋਵੇਂ ਵੀ ਇਸ਼ੂ ਬਣੇ ਹੋਏ ਨੇ ਅਮਰੀਕਨ ਇਲੈਕਸ਼ਨ ਦੇ। ਜੋ ਰਸ਼ੀਆ ਦਾ ਔਰ ਯੂਕਰੇਨ ਦਾ ਯੁੱਧ ਹੈ ਉਹਦੇ ਵਿੱਚ ਵੀ ਅਮਰੀਕਾ ਇਨਵੋਲਵਡ ਹੈ, ਔਰ ਇਜ਼ਰਾਈਲ ਦੇ ਹਮਾਸ, ਹਿਜ਼ਬੁੱਲਾ, ਈਰਾਨ ਜਿਹਦੀ ਪ੍ਰੋਕਸੀ ਵਾਰ ਹੈ ਉਹਦੇ ਵਿੱਚ ਵੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਇਨਵੋਲਵਡ ਹੈ। ਔਰ ਇੱਕ ਵਰਕਆਊਟ ਕੀਤਾ ਜਾ ਰਿਹਾ ਕੋਈ ਸੀਜ਼ ਫਾਇਰ ਦੀ ਪਲਾਨ। ਔਰ ਅੰਦਰ ਖਾਤੇ ਇਹ ਰਿਪੋਰਟਸ ਮਿਲਦੀਆਂ ਪਈਆਂ ਨੇ ਜੋ ਅਮਰੀਕਾ ਦੀਆਂ ਇੰਟੈਲੀਜੈਂਸ ਸਰਵਿਸ ਆ ਕਿ ਇਜ਼ਰਾਈਲ ਤਿਆਰੀ ਕਰ ਰਿਹਾ ਹੈ ਈਰਾਨ ਦੇ ਉੱਤੇ ਅਟੈਕ ਮਾਰਨ ਦੀ। ਔਰ ਇਜ਼ਰਾਈਲ ਨੇ ਪ੍ਰੋਮਿਸ ਕੀਤਾ ਹੈ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਨਾਲ ਕਿ ਮੈਂ ਈਰਾਨ ਦੇ ਜਿਹੜੇ ਆਇਲ ਰਿਜ਼ਰਵਸ ਨੇ, ਜਿੱਥੇ ਤੇਲ ਉਹਨਾਂ ਨੇ ਰੱਖਿਆ ਹੈ, ਉਹਦੇ ਉੱਤੇ ਅਟੈਕ ਨਹੀਂ ਮਾਰਾਂਗਾ, ਕੋਈ ਨਿਊਕਲੀਅਰ ਵਾਰ ਵਾਲੀ ਗੱਲ ਨਹੀਂ ਕਰਾਂਗਾ, ਉਹਨਾਂ ਦੇ ਨਿਊਕਲੀਅਰ ਸੈਕਟਰ ਦੇ ਉੱਤੇ ਕੋਈ ਅਟੈਕ ਨਹੀਂ ਮਾਰਾਂਗਾ। ਇਹ ਪ੍ਰੋਮਿਸ ਕੀਤਾ। ਪਰ ਜਦੋਂ ਯੁੱਧ ਛਿੜਦਾ ਇਹ ਪ੍ਰੋਮਿਸ ਕਿੰਨੇ ਕੁ ਪੂਰੇ ਹੁੰਦੇ ਨੇ ਇਹ ਤਾਂ ਨਹੀਂ ਨਾ ਪਤਾ, ਕਿਉਂਕਿ ਪ੍ਰੋਮਿਸ ਤਾਂ ਇਹ ਵੀ ਸੀ ਕਿ ਸਿਵਿਲੀਅਨਸ ਨਹੀਂ ਮਰਨਗੇ, ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਦੇ ਪੀਸ ਕੀਪਰਸ ਨਹੀਂ ਮਰਨਗੇ, ਉਹ ਵੀ ਮਰਦੇ ਪਏ ਨੇ ਲੈਬਨਾਨ ਦੇ ਵਿੱਚ। ਉਹਨਾਂ ਵੱਲੋਂ ਵੀ ਇਹ ਸਟੇਟਮੈਂਟਸ ਆਈਆਂ ਨੇ ਕਿ ਇਜ਼ਰਾਈਲ ਦੀ ਆਰਮੀ ਸਾਡੇ ਉੱਤੇ ਅਟੈਕ ਮਾਰਦੀ, ਸਾਡੇ ਬੇਸ ਦੇ ਉੱਤੇ, ਔਰ ਸਾਨੂੰ ਕਹਿੰਦੀ ਹੈ ਤੁਸੀਂ ਇੱਥੋਂ ਚਲੇ ਜਾਓ। ਉਹ ਤੇ ਆਫੀਸ਼ੀਅਲ ਡਿਊਟੀ ਤੇ ਨੇ, ਵੋਲੰਟੀਅਰਸ ਨੇ, ਉਹ ਤਾਂ ਹਰ ਦੇਸ਼ ਦੇ ਵਿੱਚ ਜਾਂਦੇ ਨੇ ਜਿੱਥੇ ਕੁਦਰਤੀ ਆਫਤਾ ਹੋਵੇ, ਜਿੱਥੇ ਇੱਦਾਂ ਦੀਆਂ ਵਾਰਸ ਛਿੜੀਆਂ ਹੋਣ ਔਰ ਬਿਮਾਰੀਆਂ ਦਾ ਖਤਰਾ ਪੈਦਾ ਹੋ ਚੁੱਕਾ ਹੈ। ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਨੇ ਡਿਕਲੇਅਰ ਕਰ ਚੁੱਕਾ ਹੈ ਲੈਬਨਾਨ ਦੇ ਵਿੱਚ, ਔਰ ਕਈ ਕੇਸਿਸ ਵੀ ਸਾਹਮਣੇ ਆ ਰਹੇ ਨੇ। ਲਾਈਕਵਾਈਜ਼ ਯੂਕਰੇਨ ਦੀ ਸਾਰੀ ਨੈਚੁਰਲ ਬਿਊਟੀ ਤੁਸੀਂ ਦੇਖੋ ਖਤਮ ਹੋ ਗਈ। ਬੰਬਾਂ ਨੇ, ਰੀਵਰ ਗੰਦੇ, ਧਰਤੀ ਗੰਦੀ, ਪੋਲਿਊਸ਼ਨ, ਬਾਰੂਦ ਹਵਾ ਦੇ ਵਿੱਚ, ਹਰ ਥਾਂ ਦੇ ਉੱਤੇ ਲੋਕੀ ਬਾਰੂਦ ਵਾਲਾ ਸਾਹ ਲੈ ਰਹੇ ਨੇ, ਉਹ ਵੀ ਬਿਮਾਰੀਆਂ ਨੇ। ਔਰ ਇਹ ਕੂੜਾ ਕਿੰਨੇ ਸਾਲਾਂ ਤੱਕ ਸਮੇਟਿਆ ਜਾਊਗਾ, ਚਾਹੇ ਉਹ ਯੂਕਰੇਨ ਰਸ਼ੀਆ ਯੁੱਧ ਦੀ ਗੱਲ ਕਰੀਏ, ਚਾਹੇ ਉਹ ਇਜ਼ਰਾਈਲ ਦੀ ਹਮਾਸ ਗਾਜ਼ਾ ਦੀ ਗੱਲ ਕਰੀਏ। ਇੰਨਾ ਕੂੜਾ, ਇੰਨੀ ਗੰਦਗੀ ਕਿੱਦਾਂ ਸੰਭਾਲਣੀ ਹੈ? ਤਾਂ ਨੈਚੁਰਲ ਬਿਊਟੀ ਵੀ ਖਤਮ ਹੋ ਰਹੀ ਹੈ, ਔਰ ਉੱਥੋਂ ਪੈਦਾ ਹੋ ਰਿਹਾ ਹੈ ਕਲਾਈਮੇਟ ਚੇਂਜ। ਥਾਂ ਥਾਂ ਦੇ ਉੱਤੇ ਬੰਬ ਪਏ ਹੋਏ ਨੇ, ਥਾਂ ਦੇ ਉੱਤੇ ਮਾਈਨਸ ਵਿਛੀਆਂ ਹੋਈਆਂ ਨੇ। ਕੀ ਪਤਾ ਜੰਗ ਖਤਮ ਹੋਣ ਤੋਂ ਬਾਅਦ ਕਿਸੇ ਆਮ ਬੰਦੇ ਦਾ, ਕਿਸੇ ਆਮ ਲੋਕਾਂ ਦਾ ਉਹਦੇ ਉੱਤੇ ਪੈਰ ਪੈ ਜਾਵੇ, ਉੱਥੇ ਬਲਾਸਟ ਹੋ ਜਾਵੇ। ਸੈਕੰਡ ਵਰਲਡ ਵਾਰ ਤੋਂ ਬਾਅਦ ਅਸੀਂ ਇਹ ਦੇਖੀਏ, ਇੱਦਾਂ ਦੀਆਂ ਚੀਜ਼ਾਂ ਦੇਖੀਆਂ ਨੇ, ਕਿਤੇ ਬਿਨਾਂ ਚੱਲੇ ਹੋਏ ਬੰਬ ਪਏ, ਬਿਨਾਂ ਚੱਲੇ ਹੋਈਆਂ ਗੋਲੀਆਂ, ਕਾਰਤੂਸ ਜੋ ਵੀ ਹੈ, ਉਹ ਐਮੂਨੀਸ਼ਨ ਫਟਿਆ ਹੈ, ਕਈਆਂ ਨੇ ਆਪਣੇ ਅੰਗ ਗਵਾ ਲਏ ਕਿਉਂਕਿ ਇਹ ਬਾਰੂਦ ਹੈ। ਸੋ ਇਹ ਕਲਾਈਮੇਟ ਚੇਂਜ ਦੀ ਜੇ ਆਪਾਂ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਜਿਹੜੇ 6 ਸਟੇਟਸ ਦੇ ਵਿੱਚ ਨੈਚੁਰਲ ਡਿਜ਼ਾਸਟਰ ਆਇਆ ਹੈ, ਉਹ ਕਲਾਈਮੇਟ ਚੇਂਜ ਦੀ ਨਿਸ਼ਾਨੀ ਹੈ। ਔਰ ਉਹ ਵੀ ਉੱਥੇ ਬਣਿਆ, ਉਹਦੇ ਵਾਸਤੇ ਵੀ ਰਿਊਮਰਸ, ਤਰ੍ਹਾਂ ਤਰ੍ਹਾਂ ਦੇ ਰਿਊਮਰਸ ਜੀ। ਵੈਦਰ ਨੂੰ ਕੰਟਰੋਲ ਕਰਕੇ ਇਹ ਆਰਟੀਫਿਸ਼ੀਅਲ ਕੁਦਰਤੀ ਆਫਤਾ ਪੈਦਾ ਕਰ ਦਿੱਤੀ ਹੈ। ਮਤਲਬ ਇਹ ਕਿੱਥੋਂ ਦੀ ਸੋਚ ਹੈ, ਕਿੱਦਾਂ ਦੀ ਸੋਚ ਹੈ? ਔਰ ਇੱਦਾਂ ਦੇ ਰਿਊਮਰ ਫੈਲਾਉਣ ਵਾਲੇ ਹਰ ਥਾਂ ਤੇ ਬੈਠੇ ਨੇ। ਇਹ ਪੋਲੀਟੀਕਲ ਗੇਮ ਦੇ ਵਿੱਚ ਵੀ ਰਿਊਮਰ ਫੈਲਾਣਗੇ, ਇਲੈਕਸ਼ਨਸ ਬਾਰੇ ਵੀ ਰਿਊਮਰ ਫੈਲਾਣਗੇ, ਤਰ੍ਹਾਂ ਤਰ੍ਹਾਂ ਦੀਆਂ। ਕਿਤੇ ਚਾਈਨਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀਆਂ ਇਲੈਕਸ਼ਨਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਤੇ ਈਰਾਨ ਕੰਟਰੋਲ ਕਰ ਰਿਹਾ ਇਲੈਕਸ਼ਨਸ ਨੂੰ, ਕੋਸ਼ਿਸ਼ ਕਰ ਰਿਹਾ। ਔਰ ਜੋ ਬਾਈਡਨ ਕਹਿੰਦੇ ਨੇ ਕਿ ਨੇਤਨਯਾਹੂ ਮੇਰੀ ਗੱਲ ਮੰਨ ਕੇ ਸੀਜ਼ ਫਾਇਰ ਕਿਉਂ ਨਹੀਂ ਕਰਦੇ, ਕਿਉਂਕਿ ਇਲੈਕਸ਼ਨਸ ਦੇ ਰਿਜ਼ਲਟਸ ਦੇ ਉੱਤੇ ਅਸਰ ਪਾਉਣਾ ਚਾਹੁੰਦੇ ਨੇ। ਮਤਲਬ ਕੁਝ ਵੀ, ਕੋਈ ਵੀ ਐਂਗਲ, ਜੋ ਕਿਸੇ ਦੀ ਬੁੱਧੀ ਦੇ ਵਿੱਚ ਜੋ ਗੱਲ ਆਈ ਉਹਨੇ ਕਹਿ ਦੇਣੀ ਹੈ। ਘੁੰਮ ਫਿਰ ਕੇ ਸਾਰੀ ਗੱਲ ਫਿਰ ਉੱਥੇ ਆ ਜਾਂਦੀ ਆ ਕਿ ਜਿਹੜਾ ਆਪਾਂ ਐਸੇ ਲਿਖਦੇ ਹੁੰਦੇ ਸੀ ਬਚਪਨ ਦੇ ਵਿੱਚ, ਉਹਦਾ ਮਤਲਬ ਕੀ ਹੈ? ਅੱਜ ਅਸੀਂ ਸੱਚਾਈ ਦੇਖਦੇ ਹਾਂ ਤੇ ਉਹ ਮਤਲਬ ਕਿਤੇ ਨਜ਼ਰ ਨਹੀਂ ਆਉਂਦਾ। ਸੋ ਬਾਕੀ ਤਾਂ ਸਭ ਆਂਕੜੇ ਨੇ,
ਕਿਹੜਾ ਗਰੁੱਪ ਵੋਟ ਕਿੱਦੋਂ ਕਰ ਰਿਹਾ, ਜਿਹੜੇ ਛੋਟੇ ਛੋਟੇ ਗਰੁੱਪ ਬੈਠੇ ਨੇ ਉਹ ਵੋਟ ਕਿਹਨੂੰ ਦੇਣਗੇ, ਬਿਜ਼ਨਸ ਪਾਲਿਸੀ ਕੀ ਹੋਏਗੀ, ਇਹ ਬਿਜ਼ਨਸ ਪਾਲਿਸੀ ਦੇ ਕੇ ਆਪਾਂ ਕਿਹਨੂੰ ਅੱਗੇ ਲਿਆਉਣਾ ਚਾਹੁੰਦੇ ਹਾਂ, ਕਿਹਨੂੰ ਪਿੱਛੇ ਛੱਡਣਾ ਚਾਹੁੰਦੇ ਹਾਂ, ਐਲਨ ਮਸਕ ਕਿਉਂ ਸਪੋਰਟ ਕਰ ਰਹੇ ਨੇ ਡੋਨਲਡ ਟਰੰਪ ਨੂੰ, ਉਹਨਾਂ ਨੂੰ ਕੀ ਫਾਇਦਾ ਹੈ, ਉਹ ਕੀ ਫਾਇਦਾ ਲੈਣਾ ਚਾਹੁੰਦੇ ਨੇ ਜੇ ਡੋਨਲਡ ਟਰੰਪ ਪ੍ਰੈਜ਼ੀਡੈਂਟ ਆਫ ਅਮਰੀਕਾ ਬਣ ਜਾਣ, ਆਪਣੀ ਬਿਜ਼ਨਸ ਗੇਮ ਕਿੱਦਾਂ ਲੈ ਕੇ ਚੱਲਣਗੇ। ਕਮਲਾ ਹੈਰਿਸ ਕਹਿ ਰਹੇ ਨੇ ਕਿ ਮੈਂ ਲੋਕਾਂ ਦੀ ਪ੍ਰੈਜ਼ੀਡੈਂਟ ਬਣਾਂਗੀ, ਆਮ ਲੋਕਾਂ ਦੀ ਪ੍ਰੈਜ਼ੀਡੈਂਟ ਬਣਾਂਗੀ, ਮਿਡਲ ਕਲਾਸ ਮੇਰੀ ਅੱਗੇ ਆਏਗੀ, ਔਰ ਡੋਨਲਡ ਟਰੰਪ ਅਮੀਰ ਲੋਕਾਂ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਵਾਸਤੇ ਕੰਮ ਕਰਨਗੇ। ਔਰ ਕਿਤੇ ਨਾ ਕਿਤੇ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜੇ ਵੱਡੇ ਬਿਜ਼ਨਸਮੈਨ ਪੈਸਾ ਲਗਾ ਰਹੇ ਨੇ ਡੋਨਲਡ ਟਰੰਪ ਨੂੰ ਬਣਾਉਣ ਵਾਸਤੇ ਪ੍ਰੈਜ਼ੀਡੈਂਟ ਆਫ ਅਮਰੀਕਾ, ਉਹਨਾਂ ਦਾ ਆਪਣਾ ਕੀ ਲਾਲਚ ਹੈ, ਕਿਉਂਕਿ ਬਿਨਾਂ ਆਪਣੇ ਲਾਲਚ ਤੋਂ, ਬਿਨਾਂ ਆਪਣੇ ਫਾਇਦੇ ਤੋਂ ਕੌਣ ਇਨਵੈਸਟ ਕਰੇਗਾ। ਤਮਾਮ ਗੱਲਾਂ। ਔਰ ਇੱਧਰ ਯੁੱਧ ਕਿਉਂ ਨਹੀਂ ਰੁਕਦੇ ਪਏ, ਇਹ ਜਿਹੜੀਆਂ ਵੱਡੀਆਂ ਦੁਨੀਆ ਦੀਆਂ ਪਾਵਰਸ ਜੋ ਦੁਨੀਆ ਨੂੰ ਹਿਲਾ ਦਿੰਦੀਆਂ ਨੇ, ਉਹ ਯੁੱਧ ਕਿਉਂ ਨਹੀਂ ਰੋਕ ਪਾ ਰਹੀਆਂ, ਉਹਨਾਂ ਕੋਲ ਵੀਟੋ ਪਾਵਰਸ ਨੇ, ਯੁੱਧ ਕਿਉਂ ਨਹੀਂ ਰੋਕ ਪਾ ਰਹੀਆਂ। ਔਰ ਇਹਦੇ ਵਿੱਚ ਕਿਹਦਾ ਫਾਇਦਾ ਹੈ, ਯੁੱਧ ਚੱਲਣ ਦੇ ਰਹਿਣ ਦੇ ਵਿੱਚ ਕਿਹਦਾ ਫਾਇਦਾ। ਡੋਨਲਡ ਟਰੰਪ ਕਹਿੰਦੇ ਨੇ ਕਿ ਜੋ ਜ਼ੈਲੈਂਸਕੀ ਨੇ, ਯੂਕਰੇਨ ਦੇ ਪ੍ਰੈਜ਼ੀਡੈਂਟ, ਉਹ ਬਹੁਤ ਵੱਡੇ ਸੇਲਜ਼ਮੈਨ ਨੇ, ਉਹ ਜਦੋਂ ਵੀ ਆਉਂਦੇ ਨੇ ਅਮਰੀਕਾ $100 ਮਿਲੀਅਨ ਲੈ ਕੇ ਚਲੇ ਜਾਂਦੇ ਨੇ ਯੁੱਧ ਵਾਸਤੇ, ਸਪੋਰਟ ਲੈ ਕੇ ਚਲੇ ਜਾਂਦੇ ਨੇ। ਉਹ ਸੇਲਜ਼ਮੈਨ ਨੇ ਆਪਣੀ ਵਿਕਟਰੀ ਪਲਾਨ ਵੇਚਦੇ ਪਏ ਨੇ, ਔਰ ਨਾਲ ਇਹ ਵੀ ਕਹਿੰਦੇ ਪਏ ਨੇ ਨਾਟੋ ਕੰਟਰੀਜ਼ ਨੂੰ ਕਿ ਤੁਸੀਂ ਮੇਰੇ ਨਾਲ ਟਾਈ ਅਪ ਕਰੋ, ਜਦੋਂ ਯੁੱਧ ਖਤਮ ਹੋ ਜਾਏਗਾ ਤੇ ਜਿਹੜੇ ਨੈਚੁਰਲ ਰਿਸੋਰਸਿਸ ਨੇ ਯੂਕਰੇਨ ਦੇ ਅੰਦਰ, ਉਹਦੇ ਵਿੱਚ ਤੁਹਾਡਾ ਵੀ ਹਿੱਸਾ ਹੋਏਗਾ। ਜਦ ਕਿ ਉਹ ਪੂਰੀ ਦੀ ਪੂਰੀ ਜੋ ਕੁਦਰਤੀ ਬਿਊਟੀ ਜਾਂ ਕੁਦਰਤੀ ਖਜ਼ਾਨੇ ਨੇ, ਉਹਦੇ ਉੱਤੇ ਸਿਰਫ ਉਸ ਦੇਸ਼ ਦੇ ਲੋਕਾਂ ਦਾ ਅਧਿਕਾਰ ਹੁੰਦਾ ਹੈ, ਬਾਹਰ ਦੇ ਲੋਕਾਂ ਦਾ ਨਹੀਂ ਹੁੰਦਾ। ਲੇਕਿਨ ਉਹ ਇਸ ਚੀਜ਼ ਨਾਲ ਵੀ ਬਿਜ਼ਨਸ ਕਰਨਾ ਚਾਹੁੰਦੇ ਨੇ ਸੇਲਜ਼ਮੈਨ, ਠੀਕ ਕਹਿ ਰਹੇ ਨੇ ਡੋਨਲਡ ਟਰੰਪ। ਸੋ ਇਹ ਤਮਾਮ ਗੱਲਾਂ ਜੇ ਦੇਖੀਆਂ ਜਾਣ, ਸਾਡਾ ਕਿਰਦਾਰ ਕਿੱਥੇ ਖੜਾ ਹੈ, ਆਮ ਲੋਕਾਂ ਦਾ ਕਿਰਦਾਰ ਤੇ ਬਾਅਦ ਦੀ ਗੱਲ ਹੈ, ਪਹਿਲਾਂ ਜਿਹੜੇ ਵਰਲਡ ਲੀਡਰਸ ਨੇ ਇਹਨਾਂ ਦਾ ਕਿਰਦਾਰ ਕਿੱਥੇ ਖੜਾ ਹੈ। ਇਹ ਵੱਡੀਆਂ ਵੱਡੀਆਂ ਇਮੋਸ਼ਨਲ ਗੱਲਾਂ, ਮਾਨਵਤਾਵਾਦੀ ਗੱਲਾਂ ਕਰਨੀਆਂ ਉਹ ਇੱਕ ਵੱਖਰੀ ਗੱਲ ਹੈ, ਪਰ ਪ੍ਰੈਕਟੀਕਲੀ ਕਿੱਥੇ ਖੜੇ ਆ। ਇਹ ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਦੇ ਪਲੇਟਫਾਰਮ ਦੇ ਉੱਤੇ, ਹੁਣ ਵੀ ਕੁਝ ਦਿਨ ਪਹਿਲਾਂ ਸਬਮਿਟ ਹੋਈ ਸੀ, ਕਿੱਡੇ ਵੱਡੇ ਵੱਡੇ ਇਮੋਸ਼ਨਲ ਲੈਕਚਰ ਹੋਏ ਕਲਾਈਮੇਟ ਚੇਂਜ ਦੇ ਉੱਤੇ, ਤੇ ਖਾਸ ਕਰਕੇ ਹੋਇਆ। ਅਸਲ ਵਿੱਚ ਕੀ ਹੋ ਰਿਹਾ, ਜਿਹੜੇ ਤੁਸੀਂ ਬੰਬ ਸੁੱਟਦੇ ਹੋ, ਕਲਾਈਮੇਟ ਦੇ ਉੱਤੇ ਚੰਗਾ ਅਸਰ ਤਾਂ ਨਹੀਂ ਨਾ ਪੈਂਦਾ, ਉਹ ਤਾਂ ਮਾੜਾ ਹੀ ਅਸਰ ਪੈਂਦਾ ਪਿਆ। ਉਸ ਤੋਂ ਇਲਾਵਾ ਜਿਹੜੀਆਂ ਇੰਡਸਟਰੀਆਂ, ਫੈਸ਼ਨ ਇੰਡਸਟਰੀ, ਇਹ ਇੰਡਸਟਰੀ, ਉਹ ਇੰਡਸਟਰੀ ਡਿਵੈਲਪ ਕੀਤੀ ਹੋਈ, ਪਤਾ ਨਹੀਂ ਕੀ ਕੁਝ ਬਣਾਈ ਜਾ ਰਹੇ ਆ, ਕਿਹੜੇ ਕਿਹੜੇ ਕੈਮੀਕਲਸ ਇਸਤੇਮਾਲ ਕਰਦੇ ਆ, ਨਦੀਆਂ ਦਰਿਆਵਾਂ ਦਾ ਪਾਣੀ ਗੰਦਾ ਹੋ ਰਿਹਾ ਕਿਉਂਕਿ ਸਾਰੀ ਡਰੇਨੇਜ ਉੱਧਰ ਜਾ ਰਹੀ ਹੈ। ਉਦੋਂ ਕਿੱਥੇ ਜਾਂਦੇ ਨੇ ਇਹ ਵੱਡੇ ਵੱਡੇ ਲੈਕਚਰਸ। ਇਹ ਜਿਹੜੀਆਂ ਵੱਡੀਆਂ ਵੱਡੀਆਂ ਕਿਤਾਬਾਂ ਦੇ ਵਿੱਚ ਅਸੀਂ ਲਿਖਦੇ ਹਾਂ ਹਿਊਮਨ ਰਾਈਟਸ ਦੀਆਂ ਗੱਲਾਂ, ਇਹ ਤੇ ਕਿਤੇ ਪਿੱਛੇ ਰਹਿ ਜਾਂਦੀਆਂ ਨੇ, ਜੰਗ ਦੇ ਮੈਦਾਨ ਤੋਂ ਕਈ ਕਿਲੋਮੀਟਰ ਪਿੱਛੇ ਰਹਿ ਜਾਂਦੀਆਂ ਨੇ। ਜੰਗ ਦੇ ਮੈਦਾਨ ਦੇ ਵਿੱਚ ਤੇ ਹੱਥ ਦੇ ਵਿੱਚ ਬੰਦੂਕ ਹੈ, ਟ੍ਰਿਗਰ ਦੇ ਉੱਤੇ ਉਂਗਲੀ ਹੈ, ਤੇ ਸਾਹਮਣੇ ਵਾਲੇ ਦਾ ਸੀਨਾ ਛਲਣੀ ਕਰਦੇ ਹੋ। ਜਿਸ ਤਰ੍ਹਾਂ ਜਾਰਜ ਬਰਨਰਡ ਸ਼ਾਅ ਨੇ ਕਿਹਾ, ਵਾਰ ਇਜ਼ ਨਥਿੰਗ ਬਟ ਮਰਡਰ ਇਨ ਯੂਨੀਫਾਰਮ। ਔਰ ਇਹ ਵਾਰ ਹਰ ਥਾਂ ਦੇ ਉੱਤੇ ਆ। ਜਦੋਂ ਅਸੀਂ ਆਮ ਪੋਲੀਟੀਕਲ ਲਾਈਫ ਦੇ ਵਿੱਚ ਵੀ ਕਿਸੇ ਦੂਸਰੇ ਦਾ ਕੈਰੀਅਰ ਖਤਮ ਕਰਦੇ ਹਾਂ, ਦੂਸਰੇ ਦਾ ਪੋਲੀਟੀਕਲ ਸਪੇਸ ਖਤਮ ਕਰਦੇ ਹਾਂ, ਮਤਲਬ ਉਹ ਸਾਰੇ ਮੈਥਡਸ ਅਪਣਾਉਣੇ ਆ ਜੋ ਹਿਊਮਨ ਰਾਈਟਸ ਨਹੀਂ ਹੈ, ਜੋ ਕੌਨਸਟੀਟਿਊਸ਼ਨ ਨਹੀਂ ਹੈ, ਉਹ ਸਾਡੇ ਆਪਣੇ ਹੀ ਫਾਇਦੇ ਲੈਣ ਦਾ ਇੱਕ ਹਿਸਾਬ ਕਿਤਾਬ ਹੈ। ਤਾਂ ਉਹ ਵੀ ਤਾਂ ਇੱਕ ਤਰ੍ਹਾਂ ਦਾ ਇੱਕ ਪੋਲੀਟੀਕਲ ਜਾਂ ਸੋਸ਼ਲ ਜਾਂ ਇਸ ਨੂੰ ਕੋਈ ਵੀ ਐਂਗਲ ਦੇ ਦਿਓ, ਉਹ ਵੀ ਇੱਕ ਤਰ੍ਹਾਂ ਦਾ ਅਸੀਂ ਗੁਨਾਹ ਹੀ ਕਰਦੇ ਪਏ ਹਾਂ, ਇੱਕ ਮਰਡਰ ਹੀ ਕਰਦੇ ਪਏ ਹਾਂ। ਚਾਹੇ ਭਾਵਨਾਵਾਂ ਦਾ ਮਰਡਰ ਕੀਤਾ ਹੈ, ਚਾਹੇ ਕਿਸੇ ਦੇ ਕੈਰੀਅਰ ਦਾ ਮਰਡਰ ਕੀਤਾ ਹੈ, ਚਾਹੇ ਕਿਸੇ ਦੇ ਫਿਊਚਰ ਦਾ ਮਰਡਰ ਕੀਤਾ ਹੈ, ਚਾਹੇ ਕਿਸੇ ਦਾ ਘਰ ਪਰਿਵਾਰ ਉਜਾੜ ਕੇ ਰੱਖ ਦਿੱਤਾ। ਦੈਟਸ ਆਲਸੋ ਅ ਮਰਡਰ। ਉਹ ਵੀ ਉਸ ਦਾ ਹੀ ਕੰਸੀਡਰ ਹੋਏਗਾ ਕਿ ਬੰਦੇ ਨੂੰ ਜਿਉਣ ਦੇ ਲਾਇਕ ਨਹੀਂ ਛੱਡਿਆ, ਉਹਦੀ ਜ਼ਿੰਦਗੀ ਹੈਲ ਬਣਾ ਕੇ ਰੱਖ ਦਿੱਤੀ। ਸੋ ਉਦੋਂ ਫਿਰ ਇਹ ਵੱਡੀਆਂ ਵੱਡੀਆਂ ਗੱਲਾਂ ਕਿੱਥੇ ਜਾਂਦੀਆਂ ਨੇ। ਸੋ ਅੱਜ ਅਸੀਂ ਉਹੀ ਗੱਲ ਕਰ ਰਹੇ ਹਾਂ ਕਿ ਬਚਪਨ ਦੀਆਂ ਗੱਲਾਂ ਔਰ ਬਚਪਨ ਦਾ ਉਹ ਐਸੇ ਰਾਈਟਿੰਗ ਪ੍ਰੈਕਟੀਕਲੀ ਕਿੱਥੇ ਖੜਾ ਹੈ। ਔਰ ਅੱਜ ਜਿਹੜੇ ਇਹ ਵੱਡੇ ਵੱਡੇ ਲੀਡਰਸ ਪੂਰੀ ਦੁਨੀਆ ਨੂੰ ਚਲਾਉਂਦੇ ਪਏ ਨੇ, ਇਹਨਾਂ ਨੇ ਵੀ ਆਪਣੇ ਸਕੂਲ ਟਾਈਮ ਦੇ ਵਿੱਚ ਇਹ ਐਸੇ ਜ਼ਰੂਰ ਲਿਖਿਆ ਹੋਣਾ, ਜਿਵੇਂ ਪ੍ਰੈਜ਼ੀਡੈਂਟ ਆਫ ਫਲਾਣੀ ਕੰਟਰੀ ਹੁੰਦਾ, ਜਿਵੇਂ ਪ੍ਰਾਈਮ ਮਿਨਿਸਟਰ ਆਫ ਫਲਾਣੀ ਕੰਟਰੀ ਹੁੰਦਾ, ਤਾਂ ਮੈਂ ਕੀ ਕਰਦਾ, ਇਹ ਐਸੇ ਉਹਨਾਂ ਨੇ ਵੀ ਲਿਖੇ ਹੋਣੇ ਨੇ। ਉਦੋਂ ਕੁਝ ਹੋਰ ਲਿਖਿਆ ਹੋਣਾ ਹੈ, ਉਦੋਂ ਵਿਜ਼ਨ ਕੁਝ ਹੋਰ ਹੋਣਾ ਹੈ, ਅਤੇ ਪ੍ਰੈਕਟੀਕਲੀ ਜੋ ਕਰਦੇ ਪਏ ਨੇ ਇਹ ਸਾਡੇ ਸਾਰਿਆਂ ਦੇ ਸਾਹਮਣੇ ਆ। ਸੋ ਅੱਜ ਆਪਾਂ ਗੱਲਾਂ ਕੀਤੀਆਂ ਨੇ ਫੈਮਿਲੀ ਦੇ ਵਿੱਚ ਬਹਿ ਕੇ, ਬਾਪੂ ਜੀ ਨਾਲ, ਬੇਬੇ ਜੀ ਨਾਲ, ਪੂਰੀ ਰਾਜਨੀਤੀ ਸਿੱਧੀ ਪੱਧਰੀ ਭਾਸ਼ਾ ਦੇ ਵਿੱਚ, ਪੂਰੀ ਇਕੋਨਮੀ ਸਿੱਧੀ ਪੱਧਰੀ ਭਾਸ਼ਾ ਦੇ ਵਿੱਚ। ਇੰਨੀ ਕੁ ਗੱਲ ਆ, ਹੈ ਨਾ। ਇਕੋਨਮੀ ਤਾਂ ਇਹੀ ਆ ਕਿ ਮੇਰੀ ਜੇਬ 'ਚੋਂ ਪੈਸਾ ਤੁਹਾਡੀ ਜੇਬ 'ਚ ਜਾਣਾ, ਤੁਹਾਡੀ ਜੇਬ 'ਚੋਂ ਅਗਲੀ ਜੇਬ 'ਚ ਜਾਣਾ, ਔਰ ਇਹ ਚੱਲਦਾ ਰਹੇ ਤਾਂ ਹੀ ਇਕੋਨਮੀ ਚੱਲੂਗੀ। ਜੇ ਮੈਂ ਕਿਤੇ ਪੈਸੇ ਨੱਪ ਕੇ ਬਹਿ ਗਿਆ, ਤੁਸੀਂ ਕਿਤੇ ਪੈਸੇ ਨੱਪ ਕੇ ਬਹਿ ਗਏ, ਤਾਂ ਫਿਰ ਅੱਗੇ ਕਿੱਥੇ ਪਾਸ ਹੋਏਗਾ, ਦੂਸਰੇ ਕੋਲ ਪੈਸੇ ਕਿੱਥੋਂ ਜਾਣਗੇ, ਇਕੋਨਮੀ ਕਿੱਦਾਂ ਸਰਕੂਲੇਟ ਕਰੇਗੀ, ਇਹ ਫਲੋ ਕਿੱਦਾਂ ਚੱਲੇਗਾ। ਇਹ ਫਲੋ ਚੱਲਦਾ ਰਹਿਣਾ ਚਾਹੀਦਾ, ਇਹੀ ਗੱਲ, ਇੰਨੀ ਗੱਲ ਹੈ।
ਤੁਹਾਡੀਆਂ ਵੀ ਲੋੜਾਂ ਪੂਰੀਆਂ ਹੋਣ, ਮੇਰੀਆਂ ਵੀ ਲੋੜਾਂ ਪੂਰੀਆਂ ਹੋਣ, ਸਭ ਦੀਆਂ ਲੋੜਾਂ ਪੂਰੀਆਂ ਹੋਣ। ਸੁਪਨੇ ਪੂਰੇ ਹੋਣਾ ਤਾਂ ਵੱਡੀ ਗੱਲ ਹੁੰਦੀ ਹੈ, ਪਹਿਲਾਂ ਲੋੜਾਂ ਪੂਰੀਆਂ ਹੋ ਜਾਣ। ਤੁਹਾਡੇ ਵਿਚਾਰ ਕੀ ਨੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ? ਆਪਣੇ ਵਿਚਾਰ ਸਿੱਧੀ ਪੱਧਰੀ ਭਾਸ਼ਾ ਦੇ ਵਿੱਚ, ਜੋ ਅੱਜ ਦੀ ਸਾਡੀ ਸਿੱਧੀ ਪੱਧਰੀ ਗੱਲਬਾਤ ਰਹੀ ਹੈ, ਉਸ ਦੇ ਮੁਤਾਬਿਕ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਮੈਂ ਹਾਂ ਸੰਜੀਵ ਯਸ਼ ਖੰਨਾ, ਇੰਡੀਆ ਇੰਟਰਨੈਸ਼ਨਲ। ਸਤਿ ਸ਼੍ਰੀ ਅਕਾਲ।